ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਥੂ ਨੰਗਲ ਵਿੱਚ 7 ਕੱਤਕ ਸੰਮਤ 1563 ਈਸਵੀ ਨੂੰ ਭਾਈ ਸੁੱਗਾ ਜੀ ਦੇ ਗ੍ਰਹਿ ਮਾਤਾ ਗੋਰਾ ਜੀ ਦੀ ਪਵਿੱਤਰ ਕੁੱਖ ਤੋਂ ਬਾਬਾ ਬੁੱਢਾ ਜੀ ਨੇ ਜਨਮ ਲਿਆ। ਭਾਈ ਸੁੱਗਾ ਜੀ ਰੰਧਾਵਾ ਗੋਤ ਦੇ ਜ਼ਮੀਂਦਾਰ ਤੇ ਖੇਤੀਬਾੜੀ ਦਾ ਕੰਮ ਕਰਦੇ ਸਨ। ਭਾਈ ਸੁੱਗਾ ਜੀ ਨੇ ਆਪਣੇ ਪੁੱਤਰ ਦਾ ਨਾਮ ਬੂੜਾ ਰੱਖਿਆ। ਅੱਜਕੱਲ੍ਹ ਇੱਥੇ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਜੀ ਸਥਿਤ ਹੈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਏ, ਹਰ ਸੋ ਲੈਨ ਮਿਲਾਏ। ਜੀ ਦਾਨ ਦੇ ਭਗਤੀ ਲਾਏ, ਹਰ ਸੋ ਲੈਨ ਮਿਲਾਏ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਬਾਬਾ ਬੁੱਢਾ ਜੀ ਦੇ ਮਾਤਾ-ਪਿਤਾ ਅੰਨ ਜਲ ਦੇ ਪਰੇਰੇ ਹੋਏ ਕੱਥੂ ਨੰਗਲ ਦਾ ਨਿਵਾਸ ਛੱਡ ਕੇ ਪਰਿਵਾਰ ਸਮੇਤ ਰਮਦਾਸ ਪਿੰਡ ਵਿੱਚ ਆ ਵਸੇ। ਬਾਲਕ ਅਵਸਥਾ ਵਿੱਚ ਬਾਬਾ ਬੁੱਢਾ ਜੀ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਬੇਅੰਤ ਸੰਗਤਾਂ ਨੂੰ ਕਰਤਾਰਪੁਰ ਵੱਲ ਜਾਂਦਿਆਂ ਵੇਖਦੇ ਸੀ। ਬਾਬਾ ਬੁੱਢਾ ਜੀ ਦੇ ਚਿੱਤ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਖਿੱਚ ਪਈ, ਪਰ ਛੋਟੀ ਅਵਸਥਾ ਹੋਣ ਕਰਕੇ ਉਹ ਅਜੇ ਕਰਤਾਰਪੁਰ ਨਹੀਂ ਸੀ ਜਾ ਸਕਦੇ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖੀ ਪ੍ਰਚਾਰ ਲਈ ਕਦੀ-ਕਦੀ ਕਰਤਾਰਪੁਰ ਤੋਂ ਬਾਹਰ ਆਸ-ਪਾਸ ਦੇ ਨਗਰਾਂ ਵਿੱਚ ਫੇਰਾ ਮਾਰਦੇ ਰਹਿੰਦੇ ਸਨ। ਇੱਕ ਸਮੇਂ ਆਪ ਸਿੱਖ ਸੰਗਤਾਂ ਨੂੰ ਦਰਸ਼ਨ ਦੇਣ ਲਈ ਰਮਦਾਸ ਪਿੰਡ ਦੀ ਜੂਹ ਵਿੱਚ ਆ ਪਹੁੰਚੇ। ਪਿੰਡ ਤੋਂ ਬਾਹਰ ਹੀ ਆਪ ਇੱਕ ਨਿਵੇਕਲੀ ਜਗ੍ਹਾ ਦੀਵਾਨ ਸਜਾ ਕੇ ਬੈਠ ਗਏ। ਗੁਰਬਾਣੀ ਦਾ ਕੀਰਤਨ ਹੋਣ ਲੱਗਾ। ਬਾਬਾ ਬੁੱਢਾ ਜੀ ਵੀ ਆਪਣੇ ਡੰਗਰ ਚਾਰਦੇ ਦੀਵਾਨ ਵਾਲੇ ਪਾਸੇ ਆ ਪਹੁੰਚੇ। ਸੰਗਤ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਲੈਣ ਲੱਗੇ। ਦੀਵਾਨ ਸਮਾਪਤ ਹੋ ਜਾਣ ਤੇ ਬਾਕੀ ਗੁਰਸਿੱਖ ਤਾਂ ਤੁਰ ਗਏ, ਪਰ ਬਾਬਾ ਬੁੱਢਾ ਜੀ ਪ੍ਰੇਮ ਵਸ ਹੋਏ ਉੱਥੇ ਹੀ ਸਤਿਗੁਰ ਜੀ ਦੇ ਕੋਲ ਬੈਠੇ ਰਹੇ। ਸਤਿਗੁਰ ਜੀ ਨੇ ਵੇਖਿਆ ਕਿ ਇਹ ਬਾਲਕ ਬੜੇ ਚਿਰ ਦਾ ਬੈਠਾ ਹੈ ਤੇ ਅਜੇ ਤੱਕ ਗਿਆ ਨਹੀਂ। ਸਤਿਗੁਰ ਜੀ ਬੜੇ ਪਿਆਰ ਨਾਲ ਬਾਬਾ ਬੁੱਢਾ ਜੀ ਵੱਲ ਤੱਕ ਕੇ ਬੋਲੇ, ਕਾਕਾ ਤੇਰਾ ਨਾਂ ਕੀ ਹੈ? ਤੂੰ ਕਿਹੜੇ ਪਿੰਡੋਂ ਆਇਆ? ਬਾਬਾ ਬੁੱਢਾ ਜੀ ਨੇ ਕਿਹਾ, ਜੀ ਮੇਰਾ ਨਾਂ ਬੂੜਾ ਹੈ ਤੇ ਮੈਂ ਰਮਦਾਸ ਪਿੰਡ ਦੇ ਇੱਕ ਜ਼ਿਮੀਂਦਾਰ ਭਾਈ ਸੁੱਗਾ ਦਾ ਪੁੱਤਰ ਹਾਂ। ਮੇਰੇ ਚਿੱਤ ਵਿੱਚ ਬੜੇ ਚਿਰਾਂ ਤੋਂ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਸੀ, ਪਰ ਛੋਟਾ ਹੋਣ ਕਰਕੇ ਮੈਂ ਕਰਤਾਰਪੁਰ ਨਹੀਂ ਸਾਂ ਜਾ ਸਕਦਾ। ਅੱਜ ਆਪ ਨੇ ਹੀ ਕਿਰਪਾ ਕੀਤੀ ਹੈ ਤੇ ਆਪਣੇ ਦਰਸ਼ਨ ਬਖਸ਼ੇ ਨੇ। ਆਪ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਮੇਰਾ ਮਨ ਬਹੁਤ ਪ੍ਰਸੰਨ ਹੋਇਆ ਹੈ। ਮੇਰੇ ਮਨ ਵਿੱਚ ਛੋਟੇ ਹੁੰਦਿਆਂ ਤੋਂ ਮੌਤ ਦਾ ਡਰ ਸੀ, ਪਰ ਆਪ ਦੇ ਦਰਸ਼ਨ ਕਰਕੇ ਮੇਰੇ ਸਾਰੇ ਡਰ ਭੈ ਦੂਰ ਹੋ ਗਏ ਨੇ ਤੇ ਮੈਂ ਨਿਹਾਲ ਹੋ ਗਿਆ। ਹੁਣ ਮੇਰਾ ਚਿੱਤ ਘਰ ਜਾਣ ਨੂੰ ਨਹੀਂ ਕਰਦਾ। ਮੈਂ ਇਹੋ ਚਾਹੁੰਦਾ ਕਿ ਮੈਂ ਹਰ ਸਮੇਂ ਆਪ ਦੇ ਕੋਲ ਹੀ ਬੈਠਾ ਰਵਾਂ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਨਾਮ ਬਾਣੀ ਜਪਣ ਦਾ ਉਪਦੇਸ਼ ਦਿੱਤਾ, ਜਿਸ ਨਾਲ ਬਾਬਾ ਬੁੱਢਾ ਜੀ ਦੇ ਮਨ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਉਹ ਆਪਣੇ ਘਰ ਜਾਣ ਦੀ ਬਜਾਏ ਸਤਿਗੁਰਾਂ ਕੋਲ ਹੀ ਬੈਠੇ ਰਹੇ। ਜਦੋਂ ਬਾਬਾ ਬੁੱਢਾ ਜੀ ਘਰ ਨਾ ਗਏ ਤਾਂ ਉਹਨਾਂ ਦੇ ਮਾਤਾ-ਪਿਤਾ ਉਹਨਾਂ ਨੂੰ ਲੱਭਦੇ ਲੱਭਦੇ ਸਤਿਗੁਰੂ ਜੀ ਦੇ ਦੀਵਾਨ ਵਿੱਚ ਆਏ ਤਾਂ ਅੱਗੇ
ਬਾਬਾ ਬੁੱਢਾ ਜੀ ਨੂੰ ਬੈਠੇ ਵੇਖਿਆ। ਪਿਤਾ ਨੇ ਘਰ ਚੱਲਣ ਲਈ ਕਿਹਾ ਤਾਂ ਬਾਬਾ ਬੁੱਢਾ ਜੀ ਨੇ ਕਿਹਾ, ਮੈਂ ਹੁਣ ਘਰ ਨਹੀਂ ਜਾਣਾ, ਮੈਂ ਤਾਂ ਹੁਣ ਗੁਰੂ ਜੀ ਦੀ ਸੰਗਤ ਵਿੱਚ ਹੀ ਰਵਾਂਗਾ। ਬਾਬਾ ਬੁੱਢਾ ਜੀ ਦਾ ਉੱਤਰ ਸੁਣ ਕੇ ਮਾਤਾ ਪਿਤਾ ਬੜੇ ਹੈਰਾਨ ਹੋਏ ਤੇ ਗੁਰੂ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ, ਸਾਡਾ ਇਹ ਬੱਚਾ ਤਾਂ ਆਪ ਜੋਗਾ ਹੀ ਹੋ ਗਿਆ, ਹੁਣ ਇਸ ਨੇ ਸਾਡੇ ਘਰ ਦਾ ਕੰਮ ਕੀ ਕਰਨਾ ਹੈ? ਜੇ ਇਸ ਦੀ ਇਹੋ ਮਰਜ਼ੀ ਹੈ ਤਾਂ ਫਿਰ ਇਸ ਨੂੰ ਆਪਣੀ ਸੰਗਤ ਵਿੱਚ ਹੀ ਰੱਖੋ। ਸਤਿਗੁਰੂ ਜੀ ਨੇ ਕਿਹਾ, ਗੁਰਮੁਖੋ, ਆਪ ਦਾ ਬਾਲਕਾ ਹੁਣ ਬੂੜਾ ਨਹੀਂ ਰਿਹਾ, ਇਹ ਹੁਣ ਭਾਈ ਬੁੱਢਾ ਬਣ ਗਿਆ ਹੈ। ਇਸ ਬਾਲਕ ਦੀ ਬੜੀ ਲੰਮੀ ਉਮਰ ਹੋਵੇਗੀ, ਇਹ ਗੁਰੂ ਘਰ ਦੀ ਸੇਵਾ ਕਰਕੇ ਬੜੀ ਪ੍ਰਸਿੱਧਤਾ ਪ੍ਰਾਪਤ ਕਰੇਗਾ। ਇਸ ਬਾਲਕ ਦੀ ਚਿੰਤਾ ਤੁਸੀਂ ਹੁਣ ਛੱਡ ਦਿਓ, ਇਹ ਸਾਡੇ ਘਰ ਵਿੱਚ ਆ ਵਸਿਆ। ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਬਿਲਕੁਲ ਅਨਪੜ੍ਹ ਸਨ, ਪਰ ਕਰਤਾਰਪੁਰ ਆ ਕੇ ਆਪ ਨੇ ਗੁਰਮੁਖੀ ਪੜ੍ਹ ਲਈ ਸੀ। ਬਹੁਤ ਸਾਰੀ ਗੁਰਬਾਣੀ ਕੰਠ ਕਰਕੇ ਹਰ ਸਮੇਂ ਬਾਣੀ ਦਾ ਪਾਠ ਕਰਨ ਵਿੱਚ ਲੀਨ ਰਹਿੰਦੇ। ਦਿਨੋਂ ਦਿਨ ਆਪ ਦੀ ਆਤਮਾ ਵਿੱਚ ਗਿਆਨ ਦਾ ਪ੍ਰਕਾਸ਼ ਹੋ ਰਿਹਾ ਸੀ। ਇੱਕ ਦਿਨ ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਗੁਰੂ ਜੀ ਕੋਲ ਕਰਤਾਰਪੁਰ ਆਏ ਤੇ ਬੇਨਤੀ ਕੀਤੀ, ਜੇ ਆਪ ਆਪਣੇ ਸੇਵਕ ਭਾਈ ਬੁੱਢਾ ਜੀ ਦੀ ਸ਼ਾਦੀ ਕਰਨ ਦੀ ਆਗਿਆ ਬਖਸ਼ੋ ਤਾਂ ਅਸੀਂ ਇਸ ਕਾਰਜ ਲਈ ਉੱਦਮ ਕਰੀਏ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਗ੍ਰਸਥ ਧਰਮ ਵਿੱਚ ਰਹਿ ਕੇ ਸੱਚਾ ਧਰਮ ਕਮਾਉਣ ਦਾ ਉਪਦੇਸ਼ ਦਿਆ ਕਰਦੇ ਸਨ। ਸੋ ਆਪ ਨੇ ਬਾਬਾ ਬੁੱਢਾ ਜੀ ਨੂੰ ਸੱਦ ਕੇ ਆਗਿਆ ਕੀਤੀ ਕਿ ਬਾਬਾ ਬੁੱਢਾ ਜੀ, ਆਪ ਦੇ ਮਾਤਾ ਪਿਤਾ ਆਪ ਦੀ ਸ਼ਾਦੀ ਕਰਨਾ ਚਾਹੁੰਦੇ ਨੇ, ਸੋ ਆਪ ਇਹਨਾਂ ਨਾਲ ਘਰ ਜਾਓ ਤੇ ਇਹਨਾਂ ਦੀ ਖੁਸ਼ੀ ਪੂਰੀ ਕਰੋ। ਬਾਬਾ ਬੁੱਢਾ ਜੀ ਗ੍ਰਸਥ ਦੇ ਜੰਜਾਲ ਵਿੱਚ ਫਸਣ ਦੀ ਇੱਛਾ ਨਹੀਂ ਰੱਖਦੇ ਸਨ, ਪਰ ਸਤਿਗੁਰੂ ਜੀ ਦੇ ਹੁਕਮ ਨੂੰ ਉਹ ਕਿਵੇਂ ਮੋੜ ਸਕਦੇ ਸਨ। ਸੋ ਆਪ ਗੁਰੂ ਜੀ ਦੀ ਆਗਿਆ ਨੂੰ ਪ੍ਰਵਾਨ ਕਰਕੇ ਆਪਣੇ ਮਾਤਾ ਪਿਤਾ ਨਾਲ ਘਰ ਨੂੰ ਤੁਰ ਪਏ। ਮਾਤਾ ਪਿਤਾ ਨੇ ਸਾਕ ਲੱਭ ਕੇ ਵਿਆਹ ਆਰੰਭ ਕਰ ਦਿੱਤਾ। ਵਿਆਹ ਵਿੱਚ ਸ਼ਾਮਿਲ ਹੋਣ ਲਈ ਸਤਿਗੁਰੂ ਜੀ ਨੂੰ ਸੱਦਾ ਪੱਤਰ ਭੇਜਿਆ ਗਿਆ। ਸਤਿਗੁਰੂ ਜੀ ਆਪ ਤਾਂ ਵਿਆਹ ਵਿੱਚ ਸ਼ਾਮਿਲ ਹੋਣ ਲਈ ਨਾ ਗਏ, ਪਰ ਮਾਤਾ ਸੁਲੱਖਣੀ ਜੀ ਤੇ ਆਪਣੇ ਦੋਵਾਂ ਸਾਹਿਬਜ਼ਾਦਿਆਂ ਨੂੰ ਵਿਆਹ ਵਿੱਚ ਸ਼ਾਮਿਲ ਹੋਣ ਲਈ ਭੇਜ ਦਿੱਤਾ। ਭਾਈ ਸੁੱਗਾ ਜੀ ਨੇ ਆਪਣੇ ਜੱਦੀ ਪਿੰਡ ਕੱਥੂ ਨੰਗਲ ਵਿੱਚ ਵਿਆਹ ਕਰਨ ਦਾ ਫੈਸਲਾ ਕੀਤਾ। ਅਚਲ ਪਿੰਡ ਦੇ ਇੱਕ ਜੱਟ ਘਰਾਣੇ ਦੀ ਕੰਨਿਆ ਮਿਰੂਆਂ ਨਾਲ ਬਾਬਾ ਬੁੱਢਾ ਜੀ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਬਾਬਾ ਬੁੱਢਾ ਜੀ ਦੇ ਮਾਤਾ-ਪਿਤਾ ਦਾ ਖਿਆਲ ਸੀ ਕਿ ਵਿਆਹ ਹੋ ਜਾਣ ਤੋਂ ਬਾਅਦ ਭਾਈ ਬੁੱਢਾ ਸਾਡੇ ਕੋਲ ਆਪਣੇ ਘਰ ਹੀ ਰਿਹਾ ਕਰੇਗਾ, ਪਰ ਬਾਬਾ ਬੁੱਢਾ ਜੀ ਦੀ ਪ੍ਰੀਤੀ ਗੁਰੂ ਘਰ ਨਾਲ ਐਸੀ ਹੋ ਗਈ ਸੀ ਕਿ ਉਹ ਕਿਸੇ ਤਰ੍ਹਾਂ ਵੀ ਘਰ ਰਹਿਣ ਲਈ ਤਿਆਰ ਨਾ ਹੋਏ। ਆਪ ਵਿਆਹ ਤੋਂ ਬਾਅਦ ਫਿਰ ਕਰਤਾਰਪੁਰ ਹੀ ਆ ਗਏ ਤੇ ਗੁਰੂ ਜੀ ਤੇ ਸੰਗਤਾਂ ਦੀ ਸੇਵਾ ਵਿੱਚ ਅੱਗੇ ਵਾਂਗ ਜੁਟ ਗਏ। ਗੁਰੂ ਜੀ ਨੇ ਸਭ ਤਰ੍ਹਾਂ ਗੁਰਿਆਈ ਦੇ ਯੋਗ ਜਾਣ ਕੇ 17 ਹਾੜ ਸੰਮਤ 1596 ਨੂੰ ਭਾਈ ਲਹਿਣਾ ਜੀ ਨੂੰ ਗੁਰਗੱਦੀ ਤੇ ਬਿਠਾ ਕੇ 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਪਰਿਕਰਮਾ ਕੀਤੀਆਂ। ਸਤਿਗੁਰੂ ਜੀ ਨੇ ਸਭ ਸੰਗਤਾਂ ਨੂੰ ਆਗਿਆ ਕੀਤੀ ਕਿ ਅੱਜ ਤੋਂ ਭਾਈ ਲਹਿਣਾ ਜੀ ਸਾਡੀ ਜਗ੍ਹਾ ਸਿੱਖ ਸੰਗਤਾਂ ਦੀ ਅਗਵਾਈ ਕਰਿਆ ਕਰਨਗੇ। ਅਸੀਂ ਆਪਣੇ ਅੰਗ ਨਾਲ ਲਾ ਕੇ ਇਹਨਾਂ ਨੂੰ ਲਹਿਣਾ ਜੀ ਤੋਂ ਅੰਗਦ ਦੇਵ ਜੀ ਬਣਾ ਦਿੱਤਾ ਹੈ। ਇਹਨਾਂ ਨੂੰ ਅੱਜ ਤੋਂ ਸਾਡਾ ਰੂਪ ਹੀ ਸਮਝਣਾ। ਸਾਡੀ ਸਾਰੀ ਸ਼ਕਤੀ ਹੁਣ ਇਹਨਾਂ ਵਿੱਚ ਵਰਤੇਗੀ। ਸਤਿਗੁਰੂ ਜੀ ਨੇ ਸਭ ਸਿੱਖਾਂ ਵਿੱਚੋਂ ਬਾਬਾ ਬੁੱਢਾ ਜੀ ਦੀ ਸੇਵਾ ਨੂੰ ਮੁੱਖ ਰੱਖ ਕੇ ਹੁਕਮ ਕੀਤਾ ਕਿ ਬਾਬਾ ਬੁੱਢਾ ਜੀ ਆਪ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਾ ਤਿਲਕ ਆਪਣੇ ਹੱਥੀਂ ਲਾਓ। ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਾ ਤਿਲਕ ਲਾਇਆ
परिक्रमा कीतियां ते चरनां ते मत्था टेकिया। सब संगतां ने भी श्री गुरु अंगद देव जी नूं श्री गुरु नानक देव जी का स्वरूप जान के नमस्कार किया। बाबा बुढ़ा जी दी हत्थीं गुरियाई का तिलक लगाउण करके आप दा सत्कार सब संगतां विच बहुत वध गया। हुण सिख संगतां आप नूं भाई बुढ़ा जी की बजाय बाबा बुढ़ा जी के नाम नाल बुलाउण लग पईयां। श्री गुरु नानक देव जी ने श्री गुरु अंगद देव जी नूं गुरियाई की दात बख्श के करतारपुर तो अपने पिंड खडूर विच जाके वसण की आग्या की। कुछ समय पिछों श्री गुरु नानक देव जी ने ज्योति जोत समाउण का कौतक वरता दिता। हुण सतगुर जी तो बिना बाबा जी का मन करतारपुर विच रहण लई नहीं सी मनता। बाबा बुढ़ा जी लई सतगुरु जी का विछोड़ा बड़ा असह सी। आप बड़ी वैरागमयी अवस्था विच रहण लग पए। श्री गुरु नानक देव जी दे सचखंड चले जाण करके सिख संगतां बड़ियां उदास सन। श्री गुरु अंगद देव जी दे खडूर विच गुप्तवास रखण दा संगतां नूं कोई पता नहीं सी। काफी खोज करन ते भी संगतां नूं गुरु जी दा कोई पता न लगा। अखीर सब संगतां रल के बाबा बुढ़ा जी कोल पहुंचियां ते बेनती कीती कि बाबा जी, श्री गुरु अंगद देव जी पता नहीं कित्थे लोप हो गए ने। असीं उन्हां दे दर्शनां नूं बड़ी तीव्रता नाल तांघदे रहने हां। आप ही इस समस्या का कोई हल कढ सकते हो। बाबा बुढ़ा जी नूं इन्ना क ज्ञान सी कि श्री गुरु नानक देव जी ने श्री गुरु अंगद देव जी नूं खडूर जा वसण की आग्या कीती सी। सो आप सिख संगतां नूं नाल लै के खडूर वल चल पए। खडूर पहुंच के बाबा बुढ़ा जी माई भिराई नूं मिले ते सतगुर जी बारे पुछया। माई ने कोई उत्तर न दिता, चुप रही। बाबा बुढ़ा जी जान गए कि सतगुर जी माई भिराई दे घर ही ने। एक बंद कोठड़ी वेख के आपने जान लिया कि सतगुर जी इसे कोठड़ी विच ही ने। बूआ खोलिया। सतगुर जी बाबा बुढ़ा जी ते सारी संगत नूं वेख के बड़े प्रसन्न हुए। आप सारी संगत के दर्शन करके बड़े वैराग विच आ गए ते इह श्लोक उचारिया। जिस प्यारे स्यो नेह तिस आगे मर चलिए, त्रिग जीवन संसार ताकै पाछे जीवना। सब संगतां दे बेनती करन ते आप बाहर आ गए। दोवें वेले खडूर विच दीवान सजण लग पए। दूरों दूरों संगतां दर्शनां लई आउण लग पईयां। श्री गुरु अंगद देव जी ने श्री अमरदास जी की सेवा तो प्रसन्न हो के बाबा बुढ़ा जी की सलाह नाल उन्हां नूं गुरगद्दी बख्शण का फैसला किया। एक दिन मुकर्रर करके सब संगतां की हाज़री विच श्री गुरु अंगद देव जी ने श्री अमरदास जी नूं गुरियाई की दात बख्शी। गुरियाई का तिलक लाउण का माण बाबा बुढ़ा जी नूं दिता गया। सब संगतां नूं सतगुर जी ने हुक्म दिता कि अज तो श्री गुरु अमरदास जी नूं साडा स्वरूप जान के इन्हां दी सेवा करनी। श्री गुरु अंगद देव जी ने श्री गुरु अमरदास जी नूं इह आग्या दित्ती कि तुसां साडे तो बाद खडूर साहब दी बजाए गोइंदवाल निवास रखना। इत्थे रहण नाल साडे दोवें सपुत्तर आप नाल ईरखा रखणगे। कुछ दिनां बाद श्री गुरु अंगद देव जी खडूर विच ज्योति जोत समा गए। सतगुर जी का अंतिम समागम करके श्री गुरु अमरदास जी सतगुर जी के हुक्म अनुसार खडूर तो गोइंदवाल आ वसे। इत्थे संगतां दे जुड़न वास्ते महलां तो जरा हटवां दीवान स्थान बनाया गया, जिथे दोवें वेले सत्संग ते गुरबाणी का कीर्तन होया करता सी। हज़ारां संगतां श्री गुरु अमरदास जी के दर्शनां लई गोइंदवाल आउण लग पईयां। श्री गुरु अमरदास जी नूं गुरियाई मिलण दे दिन तो ही दातू दे मन विच ईरखा दी अग बल रही सी। उसने अपने मन विच धारिया कि यह गुरगद्दी मेरा हक है। मैं अपने घर दे एक साधारण सेवक नूं इस गद्दी ते नहीं बैठ देना। दातू बड़े क्रोध विच आया ते आउंदियां ही सतगुर जी नूं पिठ विच लत्त मार के सिंघासन तो हेठां सुट दिता ते बड़े गुस्से विच कहण लगा कि मेरे पिता दी गद्दी ते बहण दा तेरा कोई हक नहीं। तू साडे घर दा सेवक होण करके इस गद्दी ते नहीं बैठ सकदा। तू हुणे इत्थों निकल जा।
ਸ਼ਾਂਤੀ ਸਰੂਪ ਸ਼੍ਰੀ ਅਮਰਦਾਸ ਜੀ ਉੱਠੇ ਤੇ ਦਾਤੂ ਦੀ ਲੱਤ ਫੜ ਕੇ ਕੁੱਟਣ ਲੱਗ ਪਏ ਤੇ ਕਹਿਣ ਲੱਗੇ, ਤੁਸੀਂ ਇੰਨੇ ਨਾਰਾਜ਼ ਕਿਉਂ ਹੋ? ਤੁਸੀਂ ਮੈਨੂੰ ਹੁਕਮ ਭੇਜਦੇ ਤਾਂ ਮੈਂ ਉਸੇ ਵੇਲੇ ਇੱਥੋਂ ਚਲੇ ਜਾਣਾ ਸੀ। ਮੇਰਾ ਸਰੀਰ ਬਿਰਧ ਹੈ, ਆਪ ਦੇ ਚਰਨ ਕੋਮਲ ਨੇ, ਆਪ ਦੇ ਚਰਨ ਨੂੰ ਮੇਰੀ ਹੱਡੀ ਚੁਭੀ ਤਾਂ ਨਹੀਂ? ਫਿਰ ਆਪ ਦੀਵਾਨ ਵਿੱਚੋਂ ਉੱਠ ਕੇ ਆਪਣੇ ਨਿਵਾਸ ਸਥਾਨ ਨੂੰ ਚਲੇ ਗਏ। ਸ਼੍ਰੀ ਗੁਰੂ ਅਮਰਦਾਸ ਜੀ ਅੱਧੀ ਰਾਤ ਨੂੰ ਬਿਨਾਂ ਕਿਸੇ ਨੂੰ ਦੱਸੇ ਗੋਇੰਦਵਾਲ ਤੋਂ ਚੱਲ ਕੇ ਬਾਸਰਕੀ ਪਹੁੰਚ ਗਏ। ਨਗਰ ਤੋਂ ਬਾਹਰ ਇੱਕ ਕੋਠੇ ਵਿੱਚ ਆਪ ਨੇ ਡੇਰਾ ਲਾ ਲਿਆ। ਬੂਹੇ ਦੇ ਬਾਹਰ ਇੱਕ ਤਖਤੀ ਤੇ ਇਹ ਸ਼ਬਦ ਲਿਖ ਦਿੱਤੇ, ਜਿਹੜਾ ਆਦਮੀ ਇਸ ਬੂਹੇ ਨੂੰ ਖੋਲ੍ਹੇਗਾ ਉਹ ਗੁਰੂ ਕਾ ਦੇਣਦਾਰ ਹੋਏਗਾ। ਉਹ ਨਾ ਸਾਡਾ ਸਿੱਖ ਤੇ ਨਾ ਅਸੀਂ ਉਸ ਦੇ ਗੁਰੂ ਹੋਵਾਂਗੇ। ਬੂਹਾ ਬੰਦ ਕਰਕੇ ਸਤਿਗੁਰੂ ਜੀ ਪ੍ਰਭੂ ਸਿਮਰਨ ਵਿੱਚ ਅਖੰਡ ਸਮਾਧੀ ਲਾ ਕੇ ਬਹਿ ਗਏ। ਸੰਗਤਾਂ ਸਤਿਗੁਰੂ ਜੀ ਦੀ ਢੂੰਡ ਭਾਲ ਕਰਕੇ ਨਿਰਾਸ਼ ਹੋ ਗਈਆਂ। ਕੁਝ ਸਿੱਖ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਨੂੰ ਲੱਭਣ ਦਾ ਕਾਰਜ ਆਪ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਆਪ ਕਿਰਪਾ ਕਰਕੇ ਸਾਡੇ ਨਾਲ ਚੱਲੋ ਤੇ ਸਤਿਗੁਰੂ ਜੀ ਨੂੰ ਢੂੰਡ ਕੇ ਗੋਇੰਦਵਾਲ ਲਿਆਓ। ਬਾਬਾ ਬੁੱਢਾ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ। ਆਪ ਨੂੰ ਸਤਿਗੁਰੂ ਜੀ ਬਾਸਰਕੇ ਪਿੰਡ ਵਿਖੇ ਇੱਕ ਕੋਠੇ ਵਿੱਚ ਬੈਠੇ ਵਿਖਾਈ ਦਿੱਤੇ। ਬਾਬਾ ਬੁੱਢਾ ਜੀ ਸਿੱਖਾਂ ਦੇ ਨਾਲ ਤੁਰ ਪਏ ਤੇ ਗੋਇੰਦਵਾਲ ਪਹੁੰਚੇ। ਇੱਥੇ ਪਹੁੰਚ ਕੇ ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਦੀ ਸਵਾਰੀ ਵਾਲੀ ਘੋੜੀ ਨੂੰ ਖੋਲ੍ਹ ਕੇ ਅੱਗੇ ਲਾ ਲਿਆ ਤੇ ਸਭ ਸੰਗਤ ਨੂੰ ਘੋੜੀ ਦੇ ਪਿੱਛੇ ਪਿੱਛੇ ਤੁਰਨ ਲਈ ਕਿਹਾ। ਸਭ ਸੰਗਤ ਘੋੜੀ ਨੂੰ ਖੁੱਲ੍ਹਾ ਛੱਡ ਕੇ ਘੋੜੀ ਦੇ ਪਿੱਛੇ ਤੁਰ ਪਈ। ਘੋੜੀ ਤੁਰਦੀ ਤੁਰਦੀ ਬਾਸਰਕੀ ਪਿੰਡ ਪਹੁੰਚ ਗਈ ਤੇ ਉਸ ਕੋਠੇ ਦੇ ਬਾਹਰ ਜਾ ਖਲੋਤੀ ਜਿਸ ਵਿੱਚ ਸਤਿਗੁਰੂ ਜੀ ਸਮਾਧੀ ਲਾ ਕੇ ਬੈਠੇ ਹੋਏ ਸਨ। ਬਾਬਾ ਬੁੱਢਾ ਜੀ ਨੇ ਸੰਗਤ ਨੂੰ ਕਿਹਾ ਕਿ ਘੋੜੀ ਦੇ ਇਸ਼ਾਰੇ ਮੁਤਾਬਿਕ ਸਤਿਗੁਰੂ ਜੀ ਇਸ ਕੋਠੇ ਵਿੱਚ ਬਿਰਾਜਮਾਨ ਨੇ। ਬੂਹੇ ਅੱਗੇ ਇੱਕ ਤਖਤੀ ਵੀ ਲੱਗੀ ਵੇਖੀ ਜਿਸ ਤੇ ਲਿਖਿਆ ਸਤਿਗੁਰੂ ਜੀ ਦਾ ਹੁਕਮ। ਸਭ ਸਿੱਖ ਸੰਗਤਾਂ ਨੇ ਪੜ੍ਹਿਆ। ਕਿਸੇ ਦੀ ਹਿੰਮਤ ਨਾ ਪਵੇ ਕਿ ਗੁਰੂ ਜੀ ਦੇ ਹੁਕਮ ਦੀ ਉਲੰਘਣਾ ਕਰਕੇ ਬੂਹਾ ਖੋਲੇ। ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਦੇ ਇਸ ਹੁਕਮ ਦੀ ਪਾਲਣਾ ਕਰਨ ਨੂੰ ਮੁੱਖ ਰੱਖਿਆ ਤੇ ਆਪਣਾ ਝਟਕਾ ਢੰਗ ਵਰਤਣ ਦੀ ਸਕੀਮ ਬਣਾਈ। ਬਾਬਾ ਜੀ ਨੇ ਸੰਨ ਲਾਉਣ ਵਾਲੇ ਸੰਦ ਮੰਗਵਾ ਕੇ ਕੋਠੇ ਦੇ ਪਿਛਲੇ ਪਾਸੇ ਵੱਲੋਂ ਸੰਨ ਲਾਈ ਤੇ ਅੰਦਰ ਜਾਣ ਲਈ ਰਾਹ ਬਣਾ ਲਿਆ। ਬਾਬਾ ਬੁੱਢਾ ਜੀ ਸੰਨ ਰਸਤੇ ਅੰਦਰ ਲੰਘ ਗਏ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਆਪ ਦੀ ਸਮਾਧੀ ਤੋੜੀ। ਸਤਿਗੁਰੂ ਜੀ ਨੇ ਨੇਤਰ ਖੋਲ੍ਹੇ, ਬਾਬਾ ਬੁੱਢਾ ਜੀ ਨੂੰ ਵੇਖਿਆ। ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ, ਸੰਗਤਾਂ ਆਪ ਦੇ ਦਰਸ਼ਨਾਂ ਬਿਨਾਂ ਬੜੀਆਂ ਵਿਆਕੁਲ ਹੋ ਰਹੀਆਂ ਨੇ। ਆਪ ਬਾਹਰ ਨਿਕਲ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਸ਼ਾਂਤ ਕਰੋ। ਸਤਿਗੁਰੂ ਜੀ ਨੇ ਕਿਹਾ, ਬਾਬਾ ਜੀ, ਤੁਸਾਂ ਸਾਡਾ ਲਿਖਿਆ ਬਚਨ ਬਾਹਰੋਂ ਨਹੀਂ ਪੜ੍ਹਿਆ? ਬਾਬਾ ਜੀ ਨੇ ਕਿਹਾ, ਸਤਿਗੁਰੂ ਜੀ, ਆਪ ਦੇ ਹੁਕਮ ਦੀ ਪਾਲਣਾ ਕਰਦਿਆਂ ਅਸੀਂ ਬੂਹਾ ਨਹੀਂ ਖੋਲ੍ਹਿਆ। ਇਹ ਵੇਖੋ, ਅਸੀਂ ਪਿਛਲੇ ਪਾਸਿਓਂ ਸੰਨ ਲਾ ਕੇ ਅੰਦਰ ਆਏ ਹਾਂ। ਅੱਜ ਇੱਥੇ ਗੁਰਦੁਆਰਾ ਸੰਨ ਸਾਹਿਬ ਸਥਿਤ ਹੈ। ਸਤਿਗੁਰੂ ਜੀ ਬਾਬਾ ਜੀ ਦੀ ਜੁਗਤੀ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ, ਬਾਬਾ ਜੀ, ਅਸੀਂ ਸਤਿਗੁਰੂ ਜੀ ਦੇ ਸੁਪੁੱਤਰ ਦਾਤੂ ਜੀ ਦੇ ਹੁਕਮ ਅਨੁਸਾਰ ਗੋਇੰਦਵਾਲ ਛੱਡ ਕੇ ਇੱਥੇ ਆਏ ਹਾਂ। ਅਸੀਂ ਵੈਰ ਵਿਰੋਧ ਨਹੀਂ ਸਾਂ ਵਧਾਉਣਾ ਚਾਹੁੰਦੇ। ਬਾਬਾ ਜੀ ਨੇ ਕਿਹਾ, ਸਤਿਗੁਰੂ ਜੀ, ਦਾਤੂ ਆਪਣੀ ਕੋਝੀ ਹਰਕਤ ਕਰਕੇ ਸ਼ਰਮ ਦਾ ਮਾਰਿਆ ਗੋਇੰਦਵਾਲ ਤੋਂ ਭੱਜ ਗਿਆ। ਸਿੱਖ ਸੰਗਤਾਂ ਨੇ ਉਸ ਨੂੰ ਮੂੰਹ ਨਹੀਂ ਲਾਇਆ। ਤੁਸੀਂ ਗੋਇੰਦਵਾਲ ਚੱਲ ਕੇ ਗੁਰਗੱਦੀ ਤੇ ਬਿਰਾਜਮਾਨ ਹੋਵੋ ਤੇ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣਾ ਅੰਤ ਸਮਾਂ ਜਾਣ ਕੇ ਸ਼੍ਰੀ ਜੇਠਾ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਗੁਰਗੱਦੀ ਉਹਨਾਂ ਨੂੰ ਦੇਣ ਦਾ ਫੈਸਲਾ ਕੀਤਾ। ਬਾਬਾ ਬੁੱਢਾ ਜੀ ਸਤਿਗੁਰੂ ਜੀ ਦਾ ਇਹ ਸੰਕਲਪ ਸੁਣ ਕੇ ਬਹੁਤ ਪ੍ਰਸੰਨ ਹੋਏ। ਬਾਬਾ ਬੁੱਢਾ ਜੀ ਸ਼੍ਰੀ ਜੇਠਾ ਜੀ ਦੀ ਨਿਸ਼ਕਾਮੀ ਸੇਵਾ ਵੇਖ ਕੇ ਪਹਿਲਾਂ ਹੀ ਜਾਣਦੇ ਸਨ ਕਿ ਗੁਰਿਆਈ ਦੇ ਅਸਲ ਹੱਕਦਾਰ ਸ਼੍ਰੀ ਜੇਠਾ ਜੀ ਨੇ। ਭਾਦਰੋਂ ਸੁਦੀ 13 ਸੰਮਤ 1631 ਨੂੰ
ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਦਾਤ ਬਖਸ਼ ਕੇ ਸ਼੍ਰੀ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰੱਖਿਆ। ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਾਇਆ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਰਾਮਦਾਸ ਸਤਿਗੁਰੂ ਕਹਾਵੈ, ਸਤਿਗੁਰੂ ਕਹਾਵੈ। ਬੈਠਾ ਸੋਢੀ ਪਾਤਸ਼ਾਹ। ਬਾਬਾ ਬੁੱਢਾ ਜੀ ਦੀ ਸਲਾਹ ਅਨੁਸਾਰ ਸ਼੍ਰੀ ਗੁਰੂ ਰਾਮਦਾਸ ਜੀ ਪਰਿਵਾਰ ਸਮੇਤ ਗੁਰੂ ਕੇ ਚੱਕ ਵਿੱਚ ਆ ਵਸੇ। ਇੱਥੇ ਹੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਤਸੰਗ ਹੁੰਦੇ, ਸ਼ਬਦ ਕੀਰਤਨ ਹੁੰਦਾ ਤੇ ਸਤਿਗੁਰੂ ਜੀ ਸਿੱਖ ਸੰਗਤਾਂ ਨੂੰ ਨਾਮ ਬਾਣੀ ਦੁਆਰਾ ਉਪਦੇਸ਼ ਬਖਸ਼ਦੇ। ਗੁਰੂ ਕਾ ਲੰਗਰ ਅਤੁੱਟ ਵਰਤਦਾ। ਫਿਰ ਗੁਰੂ ਜੀ ਨੇ ਅੰਮ੍ਰਿਤ ਸਰੋਵਰ ਤਿਆਰ ਕਰਨ ਦਾ ਮਨ ਬਣਾਇਆ। ਬਾਬਾ ਬੁੱਢਾ ਜੀ ਸਰੋਵਰ ਦਾ ਉਦਘਾਟਨ ਕਰਨ ਲਈ ਕਈ ਦਾ ਪਹਿਲਾ ਟੱਪ ਲਾਇਆ। ਫਿਰ ਬਾਬਾ ਬੁੱਢਾ ਜੀ ਨੂੰ ਝਬਾਲ ਪਰਗਣੇ ਦੀ ਜਾਗੀਰ ਦਾ ਮੁੱਖ ਪ੍ਰਬੰਧਕ ਥਾਪਿਆ ਗਿਆ। ਬਾਬਾ ਜੀ ਹੁਣ ਸੇਵਾਦਾਰਾਂ ਸਮੇਤ ਬੀੜ ਵਿੱਚ ਜਾ ਕੇ ਰਹਿਣ ਲੱਗ ਪਏ। ਸ਼੍ਰੀ ਗੁਰੂ ਰਾਮਦਾਸ ਜੀ ਨੇ ਸਭ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਭਾਦਰੋਂ ਸੁਦੀ ਏਕਮ ਸੰਮਤ 1638 ਨੂੰ ਸ਼੍ਰੀ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਦਾਤ ਬਖਸ਼ ਕੇ ਆਪਣੇ ਸਿੰਘਾਸਣ ਤੇ ਬਿਰਾਜਮਾਨ ਕੀਤਾ। ਬਾਬਾ ਬੁੱਢਾ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦਾ ਤਿਲਕ ਲਾਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਆਰੰਭ ਕੀਤੀ ਸਰੋਵਰ ਦੀ ਖੁਦਾਈ ਦਾ ਕਾਰਜ ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿੱਚ ਸੰਪੂਰਨ ਕੀਤਾ। ਹੁਣ ਸਤਿਗੁਰੂ ਜੀ ਦੀ ਇੱਛਾ ਹੋਈ ਕਿ ਇਸ ਸਰੋਵਰ ਵਿੱਚ ਇੱਕ ਬੜਾ ਸੁੰਦਰ ਹਰਿਮੰਦਰ ਉਸਾਰਿਆ ਜਾਏ। ਇਸ ਕਾਰਜ ਦੇ ਆਰੰਭ ਕਰਨ ਲਈ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨਾਲ ਸਲਾਹ ਕੀਤੀ। ਬਾਬਾ ਜੀ ਨੇ ਬੜੀ ਪ੍ਰਸੰਨਤਾ ਪ੍ਰਗਟ ਕੀਤੀ। ਇਸ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਅੱਲਾ ਦੇ ਦਰਵੇਸ਼ ਤੇ ਗੁਰੂ ਘਰ ਦੇ ਸ਼ਰਧਾਵਾਨ ਸਾਈਂ ਮੀਆਂ ਮੀਰ ਜੀ ਨੂੰ ਲਾਹੌਰ ਤੋਂ ਸੱਦਿਆ ਗਿਆ। ਕੱਤਕ ਦੇ ਮਹੀਨੇ ਵਿੱਚ ਸਾਈਂ ਮੀਆਂ ਮੀਰ ਜੀ ਦੇ ਹੱਥੀਂ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਗਈ। ਨੀਂਹ ਰੱਖਣ ਤੋਂ ਬਾਅਦ ਉਸਾਰੀ ਦੀ ਸੇਵਾ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਤੇ ਹੋਰ ਮੁਖੀ ਸਿੱਖਾਂ ਦੇ ਸਪੁਰਦ ਕੀਤੀ ਗਈ। ਪਰਿਕਰਮਾ ਵਿੱਚ ਇੱਕ ਬੇਰੀ ਦੇ ਬਿਰਛ ਹੇਠਾਂ ਬਾਬਾ ਬੁੱਢਾ ਜੀ ਨੇ ਆਸਣ ਲਾ ਲਿਆ ਤੇ ਉਸਾਰੀ ਦੀ ਦੇਖਭਾਲ ਕਰਨ ਲੱਗੇ। 68 ਤੀਰਥ ਦੇ ਅਸਥਾਨ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਲਾਚੀ ਬੇਰ ਹੇਠਾਂ ਭਾਈ ਸਾਲੋ ਜੀ ਬੈਠ ਕੇ ਸਾਰੀ ਸੇਵਾ ਦੀ ਨਿਗਰਾਨੀ ਕਰਦੇ ਸਨ। ਉਸਾਰੀ ਦੀ ਸਮੁੱਚੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਦੇ ਜ਼ਿੰਮੇ ਸੀ। ਭਾਈ ਗੁਰਦਾਸ ਜੀ ਵੀ ਇਸ ਉਸਾਰੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਸਨ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ, ਸੰਤ ਭਗਤ ਗੁਣ ਗਾਵੇ ਰਾਮ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ, ਸੰਤ ਭਗਤ ਗੁਣ ਗਾਵੇ ਰਾਮ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੇ ਰਾਮ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੇ ਰਾਮ, ਸਗਲੇ ਪਾਪ ਤਜਾਵੇ ਰਾਮ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਹਰ ਜਪੇ ਹਰ ਮੰਦਰ ਸਾਜਿਆ, ਸੰਤ
ਗਾਵੇ ਹੈ ਰਾਮ। ਸੰਤ ਭਗਤ ਗੁਣ ਗਾਵੇ ਹੈ ਰਾਮ। ਲਾਹੌਰ ਦੇ ਸੂਬੇ ਦਾ ਵਜ਼ੀਰ ਖਾਨ ਜਲੋਦਰ ਰੋਗ ਨਾਲ ਬਹੁਤ ਦੁਖੀ ਸੀ। ਕਈ ਵੈਦਾਂ ਹਕੀਮਾਂ ਦੇ ਇਲਾਜ ਕਰਨ ਨਾਲ ਵੀ ਇਹ ਰੋਗ ਦੂਰ ਨਹੀਂ ਸੀ ਹੋ ਰਿਹਾ। ਇੱਕ ਗੁਰੂ ਦੇ ਸਿੱਖ ਨੇ ਵਜ਼ੀਰ ਖਾਨ ਦੀ ਇਹ ਬੁਰੀ ਦਸ਼ਾ ਵੇਖੀ। ਉਸ ਸਿੱਖ ਦੇ ਮਨ ਵਿੱਚ ਤਰਸ ਆਇਆ। ਉਸ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਜੇ ਤੁਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਹਾਜ਼ਰ ਹੋਵੋ ਤਾਂ ਆਪ ਦਾ ਇਹ ਰੋਗ ਅਵਸ਼ ਨਿਵ੍ਰਿਤ ਹੋ ਜਾਏਗਾ। ਵਜ਼ੀਰ ਖਾਨ ਨੇ ਬੇਨਤੀ ਕਰ ਭੇਜੀ ਕਿ ਮੈਂ ਜਲੋਦਰ ਰੋਗ ਨਾਲ ਪੀੜਤ ਹੋਇਆ ਆਪ ਜੀ ਦੀ ਸ਼ਰਨ ਆਇਆ, ਕਿਰਪਾ ਕਰਕੇ ਮੇਰਾ ਰੋਗ ਨਿਵ੍ਰਿਤ ਕਰੋ। ਸਤਿਗੁਰੂ ਜੀ ਨੇ ਵਜ਼ੀਰ ਖਾਨ ਦੀ ਪੁਕਾਰ ਸੁਣ ਕੇ ਕਿਹਾ ਕਿ ਵਜ਼ੀਰ ਖਾਨ ਦਾ ਰੋਗ ਬਾਬਾ ਬੁੱਢਾ ਜੀ ਨਿਵ੍ਰਿਤ ਕਰ ਸਕਦੇ ਨੇ, ਉਹਨਾਂ ਕੋਲ ਜਾਓ। ਕੁਹਾਰ ਵਜ਼ੀਰ ਖਾਨ ਦੀ ਮੰਜੀ ਚੁੱਕ ਕੇ ਜਿੱਥੇ ਬਾਬਾ ਜੀ ਬੈਠੇ ਹੋਏ ਸਨ ਉੱਥੇ ਲੈ ਗਏ। ਵਜ਼ੀਰ ਖਾਨ ਨੇ ਬੜੀ ਨਿਮਰਤਾ ਨਾਲ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੇਰਾ ਰੋਗ ਦੂਰ ਕਰੋ। ਸਤਿਗੁਰੂ ਜੀ ਦੀ ਸੇਵਾ ਵਿੱਚ ਮੈਂ ਹਾਜ਼ਰ ਹੋਇਆ ਸਾਂ, ਪਰ ਉਹਨਾਂ ਨੇ ਮੈਨੂੰ ਆਪ ਵੱਲ ਭੇਜਿਆ। ਬਾਬਾ ਬੁੱਢਾ ਜੀ ਨੇ ਜਾਣਿਆ ਕਿ ਸਤਿਗੁਰੂ ਜੀ ਇਹ ਵਡਿਆਈ ਆਪਣੇ ਘਰ ਦੇ ਸੇਵਕ ਨੂੰ ਦੇਣਾ ਚਾਹੁੰਦੇ ਨੇ, ਸੋ ਚੰਗਾ, ਜਿਵੇਂ ਆਪ ਦਾ ਹੁਕਮ ਹੈ ਮੈਂ ਹਾਜ਼ਰ ਹਾਂ। ਬਾਬਾ ਜੀ ਆਪਣੇ ਅਸਥਾਨ ਤੋਂ ਉੱਠੇ ਤੇ ਇੱਕ ਟੋਕਰੀ ਮਿੱਟੀ ਦੀ ਭਰ ਕੇ ਲੈ ਆਏ। ਉਹ ਟੋਕਰੀ ਵਜ਼ੀਰ ਖਾਨ ਦੇ ਪਾਣੀ ਨਾਲ ਭਰੇ ਢਿੱਡ ਤੇ ਰੱਖ ਦਿੱਤੀ। ਟੋਕਰੀ ਦੇ ਭਾਰ ਨਾਲ ਵਜ਼ੀਰ ਖਾਨ ਦੇ ਢਿੱਡ ਵਿੱਚੋਂ ਪਾਣੀ ਨਿਕਲਣ ਲੱਗ ਗਿਆ। ਉਸ ਦਾ ਸਾਰਾ ਢਿੱਡ ਪਾਣੀ ਤੋਂ ਖਾਲੀ ਹੋ ਗਿਆ। ਵਜ਼ੀਰ ਖਾਨ ਦੀ ਸਾਰੀ ਪੀੜ ਜਾਂਦੀ ਰਹੀ। ਉਸ ਦਾ ਪੇਟ ਹੌਲਾ ਫੁੱਲ ਹੋ ਗਿਆ। ਕੁਝ ਦਿਨ ਗੁਰੂ ਦਰਬਾਰ ਵਿੱਚ ਰਹਿਣ ਨਾਲ ਵਜ਼ੀਰ ਖਾਨ ਬਿਲਕੁਲ ਅਰੋਗ ਹੋ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਗੰਗਾ ਜੀ ਨਾਲ ਸ਼ਾਦੀ ਹੋਇਆਂ 12 ਸਾਲ ਬੀਤ ਚੁੱਕੇ ਸਨ, ਪਰ ਅਜੇ ਤੱਕ ਆਪ ਦੇ ਗ੍ਰਹਿ ਕੋਈ ਸੰਤਾਨ ਨਹੀਂ ਸੀ ਹੋਈ। ਮਾਤਾ ਗੰਗਾ ਜੀ ਸੰਤਾਨ ਦੀ ਅਣਹੋਂਦ ਕਰਕੇ ਹਰ ਸਮੇਂ ਚਿੰਤਾ ਤੁਰ ਰਹਿੰਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਮਹਿਲਾਂ ਵਿੱਚ ਆਏ, ਮਾਤਾ ਗੰਗਾ ਜੀ ਨੂੰ ਬੜੀ ਨਿਰਾਸ਼ਤਾ ਵਿੱਚ ਬੈਠੇ ਦੇਖਿਆ ਤਾਂ ਇਸ ਉਦਾਸੀ ਦਾ ਕਾਰਨ ਪੁੱਛਿਆ। ਮਾਤਾ ਜੀ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਆਪ ਮਿਹਰ ਕਰੋ, ਸਾਡੇ ਗ੍ਰਹਿ ਵੀ ਸੰਤਾਨ ਦੀ ਰੌਣਕ ਲੱਗੇ। ਗੁਰੂ ਜੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਜੀ ਦੇ ਘਰ ਕਿਸੇ ਪਦਾਰਥ ਦੀ ਘਾਟ ਨਹੀਂ। ਸੰਤਾਨ ਦੀ ਪ੍ਰਾਪਤੀ ਲਈ ਆਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮ ਸਿੱਖ ਬਾਬਾ ਬੁੱਢਾ ਜੀ ਨੂੰ ਪ੍ਰਸੰਨ ਕਰਕੇ ਉਹਨਾਂ ਤੋਂ ਵਰ ਦੀ ਪ੍ਰਾਪਤੀ ਕਰੋ। ਉਹ ਬੜੇ ਸ਼ਕਤੀ ਵਾਲੇ ਤੇ ਬਖਸ਼ਿਸ਼ਾਂ ਕਰਨ ਵਾਲੇ ਪੂਰਨ ਗੁਰਸਿੱਖ ਨੇ। ਦੂਜੇ ਦਿਨ ਮਾਤਾ ਜੀ ਨੇ ਬੜੇ ਸੁੰਦਰ ਤੇ ਸਵਾਦਿਸ਼ਟ ਖਾਣੇ ਤਿਆਰ ਕਰਵਾਏ। ਨਾਲ ਦਾਸੀਆਂ ਨੂੰ ਲਿਆ। ਰਥਾਂ ਤੇ ਸਵਾਰ ਹੋ ਕੇ ਆਪ ਬੀੜ ਵੱਲ ਬਾਬਾ ਜੀ ਤੋਂ ਵਰ ਲੈਣ ਲਈ ਤੁਰ ਪਏ। ਬਾਬਾ ਜੀ ਦੀ ਅਵਸਥਾ ਇਸ ਸਮੇਂ ਕਾਫੀ ਬਿਰਧ ਹੋ ਚੁੱਕੀ ਸੀ। ਆਪ ਪ੍ਰਭੂ ਸਿਮਰਨ ਵਿੱਚ ਮਗਨ ਬੈਠੇ ਸਨ ਕਿ ਦੂਰੋਂ ਰਥਾਂ ਦੇ ਆਉਣ ਦੀ ਆਵਾਜ਼ ਸੁਣੀ। ਆਪ ਨੇ ਇੱਕ ਸੇਵਕ ਨੂੰ ਪੁੱਛਿਆ ਕਿ ਇਹ ਆਵਾਜ਼ ਕੈਸੀ ਆ ਰਹੀ ਹੈ। ਸੇਵਕ ਨੇ ਪਤਾ ਕਰਕੇ ਦੱਸਿਆ ਕਿ ਬਾਬਾ ਜੀ ਗੁਰੂ ਕੇ ਮਹਿਲ ਆਪ ਦੀ ਸੇਵਾ ਵਿੱਚ ਹਾਜ਼ਰ ਹੋਣ ਲਈ ਆ ਰਹੇ ਨੇ। ਬਾਬਾ ਜੀ ਦੇ ਮੂੰਹੋਂ ਸਹਿਜ ਸੁਭਾਈ ਬਚਨ ਨਿਕਲੇ। ਗੁਰੂ ਕੇ ਮਹਿਲਾਂ ਨੂੰ ਕਿੱਧਰ ਦੀ ਭਾਜੜ ਪੈ ਗਈ। ਬਾਬਾ ਜੀ ਦੇ ਬਚਨ ਮਾਤਾ ਜੀ ਨੇ ਵੀ ਸੁਣ ਲਏ ਤੇ ਆਪ ਉੱਥੇ ਹੀ ਰੁਕ ਗਏ। ਉਹਨਾਂ ਨੇ ਸਾਰੇ ਤਿਆਰ ਕਰਕੇ ਲਿਆਂਦੇ ਸਵਾਦਿਸ਼ਟ ਖਾਣੇ ਸੇਵਕਾਂ ਨੂੰ ਦੇ ਦਿੱਤੇ ਤੇ ਆਪ ਦੂਰੋਂ ਹੀ ਬਾਬਾ ਜੀ ਨੂੰ ਨਮਸਕਾਰ ਕਰਕੇ ਵਾਪਸ ਮੁੜ ਪਏ। ਸਤਿਗੁਰੂ ਜੀ ਨੇ ਬਾਬਾ ਜੀ ਕੋਲ ਜਾਣ ਦਾ ਸਾਰਾ ਹਾਲ ਪੁੱਛਿਆ ਕਿ ਕਿਸ ਢੰਗ ਨਾਲ ਬੀੜ ਵਿੱਚ ਗਏ ਸੀ। ਮਾਤਾ ਜੀ ਨੇ ਆਪਣੇ ਜਾਣ ਦੇ ਸਾਰੇ ਸਮਾਚਾਰ ਸਤਿਗੁਰੂ ਜੀ ਨੂੰ ਸੁਣਾਏ। ਸੁਣ ਕੇ ਸਤਿਗੁਰੂ ਜੀ ਨੇ ਜਵਾਬ ਦਿੱਤਾ ਕਿ ਮਹਾਂਪੁਰਖਾਂ ਤੋਂ ਵਰ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਠਾਠ-ਬਾਠ ਤੇ ਰਥਾਂ ਤੇ ਚੜ੍ਹ ਕੇ ਨਹੀਂ ਜਾਈਦਾ। ਮਹਾਂਪੁਰਖਾਂ ਦੇ ਘਰ ਨਿਮਰਤਾ ਨਾਲ ਨੰਗੇ ਪੈਰੀ ਤੇ ਸਾਦੇ ਪਕਵਾਨ ਲੈ ਕੇ ਹਾਜ਼ਰ ਹੋਈਦਾ, ਤਾਂ ਹੀ ਵਰ ਦੀ ਪ੍ਰਾਪਤੀ ਹੁੰਦੀ ਹੈ। ਹੁਣ ਫੇਰ ਦੁਬਾਰਾ ਗੁਰੂ ਦੀ ਪਤਨੀ ਹੋਣ ਦਾ ਅਭਿਮਾਨ ਤਿਆਗ ਕੇ ਨਿਰਮਾਣ ਹੋ ਕੇ ਜਾਓ, ਆਪ ਦੀ ਇੱਛਾ ਪੂਰਨ ਹੋਏਗੀ। ਮਾਤਾ ਗੰਗਾ ਜੀ ਨੇ ਸਤਿਗੁਰੂ ਜੀ ਦੀ ਦੱਸੀ ਵਿਧੀ ਅਨੁਸਾਰ ਅਗਲੇ ਦਿਨ ਆਪਣੇ ਹੱਥੀਂ ਚੱਕੀ ਪੀਸ ਕੇ ਮਿੱਸਾ ਆਟਾ ਤਿਆਰ ਕੀਤਾ ਤੇ ਪ੍ਰਸ਼ਾਦੇ ਤਿਆਰ ਕੀਤੇ। ਦਹੀਂ, ਮੱਖਣ, ਲੱਸੀ, ਮਿੱਸੇ ਪ੍ਰਸ਼ਾਦੇ ਤੇ ਨਾਲ ਗੰਢੇ ਲਏ। ਇੱਕ ਦਾਸੀ ਨੂੰ ਨਾਲ ਲਿਆ। ਨੰਗੇ ਪੈਰੀ ਅੰਮ੍ਰਿਤਸਰ ਤੋਂ ਚੱਲ ਕੇ ਬੀੜ ਤੱਕ ਪਹੁੰਚੇ। ਅੱਗੇ ਬਾਬਾ ਜੀ
ਬੜੀ ਤੀਬਰਤਾ ਨਾਲ ਪ੍ਰਸ਼ਾਦੇ ਦੀ ਉਡੀਕ ਕਰ ਰਹੇ ਸਨ। ਬਾਬਾ ਜੀ ਨੇ ਕੱਲ ਦਾ ਪ੍ਰਸ਼ਾਦਾ ਨਹੀਂ ਸੀ ਛਕਿਆ। ਆਪ ਨੇ ਮਾਤਾ ਜੀ ਨੂੰ ਸਿਰ ਤੇ ਪ੍ਰਸ਼ਾਦੇ ਚੁੱਕੀ ਆਉਂਦੀ ਵੇਖਿਆ। ਆਪ ਨੇ ਉੱਠ ਕੇ ਅੱਗੋਂ ਦੀ ਜਾ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਤੇ ਕਿਹਾ, ਮਾਤਾ ਜੀ, ਅੱਜ ਤਾਂ ਬੜੀ ਭੁੱਖ ਲੱਗੀ ਹੈ। ਤੁਸੀਂ ਬੜੀ ਕਿਰਪਾ ਕੀਤੀ ਹੈ ਜੋ ਆਪਣੇ ਘਰ ਦੇ ਸੇਵਕ ਲਈ ਆਪ ਪ੍ਰਸ਼ਾਦੇ ਲੈ ਕੇ ਆਏ ਹੋ। ਤੁਸੀਂ ਆਪਣੇ ਬੱਚਿਆਂ ਦਾ ਕਿੰਨਾ ਖਿਆਲ ਰੱਖਦੇ ਹੋ। ਧੰਨ ਹੋ ਮਾਤਾ ਜੀ ਤੁਸੀਂ। ਇਹ ਬਚਨ ਕਰਕੇ ਬਾਬਾ ਜੀ ਉੱਥੇ ਹੀ ਇੱਕ ਬਿਰਛ ਹੇਠਾਂ ਕੱਪੜਾ ਵਿਛਾ ਕੇ ਬੈਠ ਗਏ। ਮਾਤਾ ਜੀ ਤੋਂ ਮਿੱਸੇ ਪ੍ਰਸ਼ਾਦੇ, ਦਹੀਂ, ਲੱਸੀ, ਮੱਖਣ ਤੇ ਗੰਢੇ ਲੈ ਕੇ ਛਕਣ ਲੱਗ ਪਏ। ਗੰਢੇ ਨੂੰ ਮੁੱਕਾ ਮਾਰ ਕੇ ਭੰਨਣ ਤੇ ਬੜੀ ਪ੍ਰਸੰਨਤਾ ਨਾਲ ਬਚਨ ਕਰਨ ਕਿ ਮਾਤਾ ਜੀ, ਆਪ ਦੇ ਗ੍ਰਹਿ ਇਹੋ ਜਿਹਾ ਬੜੀ ਸੂਰਮਾ ਪੁੱਤਰ ਆਏਗਾ ਜਿਹੜਾ ਜ਼ਾਲਿਮਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ ਜਿਵੇਂ ਮੈਂ ਮੁੱਕਾ ਮਾਰ ਕੇ ਗੰਢਾ ਭੰਨਦਾ। ਬਾਬਾ ਬੁੱਢਾ ਜੀ ਪ੍ਰਸ਼ਾਦਾ ਛਕਦੇ ਛਕਦੇ ਸਹਿਜ ਸੁਭਾਅ ਬਚਨ ਕਰੀ ਜਾਣ ਕਿ ਮਾਤਾ ਜੀ, ਤੁਹਾਡਾ ਪੁੱਤਰ ਬੜਾ ਪ੍ਰਤਾਪੀ ਤੇ ਸ਼ਕਤੀਵਾਨ ਹੋਏਗਾ। ਬੜੇ ਰਾਜੇ ਮਹਾਰਾਜੇ ਉਸ ਦੇ ਚਰਨਾਂ ਤੇ ਝੁਕਣਗੇ। ਜਿਸ ਤਰ੍ਹਾਂ ਤੁਸੀਂ ਮੇਰੀ ਭੁੱਖ ਨਿਵ੍ਰਿਤ ਕੀਤੀ ਹੈ, ਇਉਂ ਅਕਾਲ ਪੁਰਖ ਆਪ ਦੀ ਪੁੱਤਰ ਦੀ ਭੁੱਖ ਵੀ ਪੂਰੀ ਕਰੇਗਾ। ਤੁਹਾਡੇ ਘਰ ਪ੍ਰਭੂ ਮਨੁੱਖ ਜਾਮੇ ਵਿੱਚ ਆਪ ਅਵਤਾਰ ਧਾਰੇਗਾ। ਮਾਤਾ ਜੀ ਨੇ ਬਾਬਾ ਜੀ ਦੇ ਕੋਲ ਬੈਠ ਕੇ ਪ੍ਰਸ਼ਾਦਾ ਛਕਾਇਆ। ਬਾਬਾ ਜੀ ਨੂੰ ਪ੍ਰਸੰਨ ਕੀਤਾ। ਪੁੱਤਰ ਹੋਣ ਦਾ ਵਰ ਲੈ ਕੇ ਮਾਤਾ ਜੀ ਬੜੀ ਪ੍ਰਸੰਨਤਾ ਨਾਲ ਬਾਬਾ ਜੀ ਤੋਂ ਆਗਿਆ ਲੈ ਕੇ ਵਾਪਸ ਪਰਤੇ। ਅੱਜ ਕੱਲ੍ਹ ਇਸ ਸਥਾਨ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਥਿਤ ਹੈ। ਬਾਬਾ ਬੁੱਢਾ ਜੀ ਦਾ ਦਿੱਤਾ ਵਰ ਫਲੀਭੂਤ ਹੋਣ ਦਾ ਸਮਾਂ ਨੇੜੇ ਆ ਗਿਆ। ਮਾਤਾ ਜੀ ਹਰ ਸਮੇਂ ਗੁਰਬਾਣੀ ਦਾ ਪਾਠ ਕਰਨ ਤੇ ਪ੍ਰਭੂ ਦੇ ਸਿਮਰਨ ਵਿੱਚ ਮਗਨ ਰਹਿਣ ਲੱਗੇ। ਮਾਤਾ ਜੀ ਦੀ ਕੁੱਖ ਵਿੱਚ ਸਾਹਿਬਜ਼ਾਦਾ ਜੀ ਦਾ ਪ੍ਰਵੇਸ਼ ਹੋਇਆ। ਸਾਰੇ ਪਰਿਵਾਰ ਤੇ ਸਿੱਖ ਸੰਗਤਾਂ ਨੇ ਇਹ ਖੁਸ਼ਖਬਰੀ ਸੁਣ ਕੇ ਬੜੀਆਂ ਖੁਸ਼ੀਆਂ ਮਨਾਈਆਂ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ 6 ਹਾੜ ਸੰਮਤ 1653 ਨੂੰ ਇੱਕ ਬੜੇ ਸੁੰਦਰ ਸਪੁੱਤਰ ਨੇ ਜਨਮ ਲਿਆ। ਬੀੜ ਵਿਖੇ ਬਾਬਾ ਬੁੱਢਾ ਜੀ ਨੂੰ ਇਹ ਖੁਸ਼ਖਬਰੀ ਪਹੁੰਚੀ। ਆਪ ਉਸੇ ਵੇਲੇ ਸੇਵਕਾਂ ਸਮੇਤ ਵਡਾਲੀ ਪਹੁੰਚੇ। ਆਪ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਨੂੰ ਵਧਾਈਆਂ ਦਿੱਤੀਆਂ। ਬਾਬਾ ਬੁੱਢਾ ਜੀ ਨੇ ਸਾਹਿਬਜ਼ਾਦਾ ਜੀ ਦੇ ਦਰਸ਼ਨ ਕੀਤੇ ਤੇ ਬਾਲਕ ਨੂੰ ਆਸ਼ੀਰਵਾਦ ਦਿੱਤਾ। ਬਾਬਾ ਜੀ ਤੋਂ ਸਾਹਿਬਜ਼ਾਦਾ ਜੀ ਦਾ ਨਾਮ ਰਖਵਾਇਆ ਗਿਆ। ਬਾਬਾ ਜੀ ਨੇ 5 ਸਤਿਗੁਰਾਂ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ। ਬਾਲਕ ਦਾ ਨਾਮ ਬਾਬਾ ਜੀ ਨੇ ਹਰਗੋਬਿੰਦ ਰੱਖਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਦਾ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਬਾਬਾ ਜੀ, ਇਸ ਬਾਲਕ ਦਾ ਆਪ ਜੀ ਦੇ ਵਰ ਸਦਕਾ ਜਨਮ ਹੋਇਆ। ਭਾਈ ਗੁਰਦਾਸ ਜੀ ਤੇ ਹੋਰ ਗੁਰਸਿੱਖਾਂ ਨੇ ਬਾਬਾ ਜੀ ਦੀ ਬਹੁਤ ਉਪਮਾ ਕੀਤੀ ਤੇ ਕਿਹਾ, ਬਾਬਾ ਜੀ, ਆਪ ਧੰਨ ਹੋ ਜਿਨ੍ਹਾਂ ਨੂੰ ਇੰਨਾ ਲੰਮਾ ਸਮਾਂ ਗੁਰੂ ਘਰ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਜੀ ਦੇ ਬਚਨ ਅਟਲ ਹੁੰਦੇ ਨੇ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਗੋਬਿੰਦ ਜੀ ਦੇ 5 ਸਾਲਾਂ ਦੇ ਹੋ ਜਾਣ ਤੇ ਉਹਨਾਂ ਨੂੰ ਬਾਬਾ ਬੁੱਢਾ ਜੀ ਕੋਲ ਵਿੱਦਿਆ ਪੜ੍ਹਨ ਲਈ ਬਿਠਾਇਆ। ਬਾਬਾ ਜੀ ਬੜੇ ਪਿਆਰ ਨਾਲ ਸਾਹਿਬਜ਼ਾਦਾ ਜੀ ਨੂੰ ਅੱਖਰੀ ਵਿੱਦਿਆ ਦੇਣ ਲੱਗੇ। ਥੋੜੇ ਸਮੇਂ ਵਿੱਚ ਹੀ ਸ਼੍ਰੀ ਹਰਗੋਬਿੰਦ ਜੀ ਵਿੱਦਿਆ ਪੜ੍ਹ ਕੇ ਹੁਸ਼ਿਆਰ ਹੋ ਗਏ। ਇਉਂ ਹੀ ਸ਼੍ਰੀ ਹਰਗੋਬਿੰਦ ਜੀ ਬਾਬਾ ਬੁੱਢਾ ਜੀ ਤੋਂ ਹਰ ਪ੍ਰਕਾਰ ਦੀ ਵਿੱਦਿਆ ਪ੍ਰਾਪਤ ਕਰਕੇ ਨਿਪੁੰਨ ਹੋ ਰਹੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਕਾਰਜ ਕਰਦਿਆਂ 1 ਸਾਲ ਦਾ ਸਮਾਂ ਲੱਗ ਗਿਆ। ਸਤਿਗੁਰ ਜੀ ਬਾਣੀ ਬੋਲਦੇ ਗਏ ਤੇ ਭਾਈ ਗੁਰਦਾਸ ਜੀ ਲਿਖਦੇ ਰਹੇ। ਲਿਖਾਈ ਪੂਰਨ ਹੋ ਜਾਣ ਤੇ ਸਤਿਗੁਰ ਜੀ ਨੇ ਆਪਣੇ ਇੱਕ ਨਿਕਟਵਰਤੀ ਸਿੱਖ ਭਾਈ ਬੰਨੋ ਜੀ ਨੂੰ ਲਾਹੌਰ ਭੇਜ ਕੇ ਇਸ ਗ੍ਰੰਥ ਦੀ ਜਿਲਦ ਬਣਵਾਈ। ਜਿਸ ਅਸਥਾਨ ਤੇ ਬੈਠ ਕੇ ਸਤਿਗੁਰ ਜੀ ਨੇ ਇਹ ਮਹਾਨ ਪਰਉਪਕਾਰ ਵਾਲਾ ਕਾਰਜ ਕੀਤਾ, ਉਸ ਸਥਾਨ ਤੇ ਅੱਜ ਕੱਲ੍ਹ ਰਾਮਸਰ ਨਾਮ ਦਾ ਇੱਕ ਬੜਾ ਸੁੰਦਰ ਗੁਰਦੁਆਰਾ ਵਿਦਮਾਨ ਹੈ।
ਸਤਿਗੁਰ ਜੀ ਨੇ ਇਹ ਕਾਰਜ ਸੰਪੂਰਨ ਹੋਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਦਰੋਂ ਸੁਦੀ ਏਕਮ ਸੰਮਤ 1661 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ। ਸੰਗਤਾਂ ਇਸ ਪਵਿੱਤਰ ਗ੍ਰੰਥ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚੀਆਂ। ਸਤਿਗੁਰ ਜੀ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀੜ ਦਾ ਪ੍ਰਕਾਸ਼ ਕਰਕੇ ਪਹਿਲਾ ਗ੍ਰੰਥੀ ਥਾਪਿਆ। ਸਿੱਖ ਪੰਥ ਵਿੱਚ ਸਭ ਤੋਂ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਪਹਿਲਾ ਮੁੱਖ ਵਾਕ ਆਇਆ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਾਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਬਾਦਸ਼ਾਹ ਜਹਾਂਗੀਰ ਤੇ ਵਿਰੋਧੀਆਂ ਦਾ ਜ਼ੋਰ ਚੜ੍ਹ ਗਿਆ। ਉਸ ਨੇ ਸਤਿਗੁਰ ਜੀ ਨੂੰ ਲਾਹੌਰ ਪੇਸ਼ ਹੋਣ ਦਾ ਸ਼ਾਹੀ ਹੁਕਮ ਭੇਜ ਦਿੱਤਾ। ਇਹ ਸ਼ਾਹੀ ਹੁਕਮ ਮਿਲਣ ਤੇ ਸਤਿਗੁਰ ਜੀ ਨੇ ਜਾਣ ਲਿਆ ਕਿ ਸਾਡਾ ਅੰਤ ਸਮਾਂ ਨੇੜੇ ਆ ਗਿਆ ਹੈ। ਹੁਣ ਅਸੀਂ ਲਾਹੌਰ ਗਏ ਮੁੜ ਕੇ ਅੰਮ੍ਰਿਤਸਰ ਨਹੀਂ ਆਵਾਂਗੇ। ਆਪ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਮੁਖੀ ਸਿੱਖਾਂ ਤੇ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਅੱਗੋਂ ਵਰਤਣ ਵਾਲੇ ਭਾਣੇ ਬਾਰੇ ਦੱਸਿਆ। ਆਪ ਨੇ ਕਿਹਾ, ਸਾਡਾ ਅੰਤ ਸਮਾਂ ਨੇੜੇ ਆ ਗਿਆ ਹੈ। ਸਾਡੀ ਇੱਛਾ ਹੈ ਕਿ ਗੁਰਿਆਈ ਦਾ ਤਿਲਕ ਸਾਡੀ ਹਾਜ਼ਰੀ ਵਿੱਚ ਹੀ ਸ਼੍ਰੀ ਹਰਗੋਬਿੰਦ ਜੀ ਨੂੰ ਲਾ ਦਿਓ। ਸਭ ਸੰਗਤਾਂ ਨੂੰ ਵੈਰਾਗ ਅਵਸਥਾ ਵਿੱਚ ਗਰਸਿਆ ਛੱਡ ਕੇ ਸਤਿਗੁਰ ਜੀ 5 ਸਿੱਖਾਂ ਨੂੰ ਆਪਣੇ ਨਾਲ ਲੈ ਕੇ ਲਾਹੌਰ ਵੱਲ ਚੱਲ ਪਏ। ਬਾਦਸ਼ਾਹ ਨੇ ਸਤਿਗੁਰ ਜੀ ਨੂੰ ਮੌਤ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ। ਇਸ ਕੰਮ ਲਈ ਗੁਰੂ ਘਰ ਦੇ ਵਿਰੋਧੀ ਦੀਵਾਨ ਚੰਦੂ ਦੀ ਡਿਊਟੀ ਲਾਈ ਗਈ। ਦੁਸ਼ਟ ਚੰਦੂ ਸਤਿਗੁਰ ਜੀ ਨੂੰ ਬਾਦਸ਼ਾਹ ਦੇ ਮਾਰ ਦੇਣ ਦੇ ਹੁਕਮ ਦੀ ਪਾਲਣਾ ਕਰਨ ਲਈ ਗੁਰੂ ਜੀ ਨੂੰ ਲਾਹੌਰ ਆਪਣੀ ਹਵੇਲੀ ਵਿੱਚ ਲੈ ਗਿਆ। ਉੱਥੇ ਉਸਨੇ ਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਉੱਤੇ ਤੱਤੀ ਰੇਤ ਪਵਾਈ ਤੇ ਉਬਲਦੀ ਦੇਗ ਦੇ ਪਾਣੀ ਵਿੱਚ ਬਿਠਾਇਆ। ਸਤਿਗੁਰ ਜੀ ਦਾ ਸਰੀਰ ਅੱਗ ਦੀ ਗਰਮੀ ਨਾਲ ਝੁਲਸਿਆ ਗਿਆ। ਸਰੀਰ ਛੱਡਣ ਲਈ ਆਪ ਸਿੱਖਾਂ ਨੂੰ ਨਾਲ ਲੈ ਕੇ ਰਾਵੀ ਵਿੱਚ ਇਸ਼ਨਾਨ ਕਰਨ ਲਈ ਗਏ। ਰਾਵੀ ਵਿੱਚ ਅਲੋਪ ਹੋਣ ਤੋਂ ਪਹਿਲਾਂ ਆਪ ਨੇ ਨਾਲ ਆਏ 5 ਸਿੱਖਾਂ ਨੂੰ ਹੁਕਮ ਦਿੱਤਾ ਕਿ ਹੁਣ ਰਾਵੀ ਵਿੱਚ ਪ੍ਰਵੇਸ਼ ਕਰਕੇ ਅਸੀਂ ਸਰੀਰ ਤਿਆਗ ਦੇਣਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅੰਤਿਮ ਸ਼ੋਕ ਸਮਾਗਮ ਕਰਨ ਤੇ ਇਸ ਸਮੇਂ ਸ਼੍ਰੀ ਹਰਗੋਬਿੰਦ ਜੀ ਨੂੰ ਤਿਲਕ ਲਾਉਣ ਦੀ ਰਸਮ ਕਰਨ ਦਾ ਦਿਨ ਨਿਯਤ ਕਰਕੇ ਤਿਲਕ ਦੀ ਮਰਿਆਦਾ ਪੂਰੀ ਕਰਨ ਲਈ ਸਭ ਸਮੱਗਰੀ ਇਕੱਠੀ ਕੀਤੀ ਗਈ। ਸ਼੍ਰੀ ਹਰਗੋਬਿੰਦ ਜੀ ਨੇ ਪੀਰੀ ਦੀ ਇੱਕ ਤਲਵਾਰ ਪਹਿਨਣ ਦੀ ਜਗ੍ਹਾ ਇੱਕ ਹੋਰ ਤਲਵਾਰ ਮੀਰੀ ਦੀ ਪਹਿਨਣ ਲਈ ਬਾਬਾ ਬੁੱਢਾ ਜੀ ਨੂੰ ਕਹਿ ਕੇ ਮੰਗਵਾਈ। ਬਾਬਾ ਬੁੱਢਾ ਜੀ ਨੇ ਆਪ ਨੂੰ ਗੁਰਗੱਦੀ ਦੇ ਸਿੰਘਾਸਣ ਤੇ ਬਿਠਾ ਕੇ ਗੁਰਿਆਈ ਦਾ ਤਿਲਕ ਲਾਇਆ ਤੇ ਗੁਰੂ ਜੀ ਦੀ ਆਗਿਆ ਅਨੁਸਾਰ 2 ਤਲਵਾਰਾਂ, ਇੱਕ ਪੀਰੀ ਤੇ ਦੂਜੀ ਮੀਰੀ ਦੀਆਂ ਪਹਿਨਾਈਆਂ। ਅਰਜਨ ਕਾਇਆ ਪਲਟ ਕੇ ਮੂਰਤ ਹਾਰ ਗੋਬਿੰਦ ਸਵਾਰੀ। ਅਰਜਨ ਕਾਇਆ ਦਲ ਪੰਜਨ ਗੁਰ ਸੂਰਮਾ। ਦਲ ਪੰਜਨ
ਵੱਡ ਜੋਦਾ ਵੱਡ ਜੋਦਾ ਬਹੁ ਪਰ ਉਪਕਾਰੀ ਅਰਜਨ ਪਾਇਆ ਪਲਟ ਕੇ ਮੂਰਤ ਹਾਰ ਗੋਬਿੰਦ ਸਵਾਰੀ। ਸਤਿਗੁਰ ਜੀ ਨੇ ਨਵੇਂ ਮਾਰਗ ਤੇ ਚੱਲਣ ਲਈ ਨਵੇਂ ਸਾਧਨ ਅਪਣਾਉਣੇ ਸ਼ੁਰੂ ਕਰ ਦਿੱਤੇ। ਆਪ ਨੇ ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪਣਾ ਲਿਬਾਸ ਸ਼ਾਹੀ ਠਾਠ ਵਾਲਾ ਧਾਰਨ ਕਰ ਲਿਆ। ਘੋੜੇ ਦੀ ਸਵਾਰੀ, ਸੀਸ ਤੇ ਕਲਗੀ ਸਜਾਉਣੀ, ਸ਼ਸਤਰਾਂ ਦੀ ਸਿਖਲਾਈ ਤੇ ਸ਼ਿਕਾਰ ਖੇਡਣ ਲਈ ਜੰਗਲ ਵੱਲ ਜਾਣ ਲੱਗ ਪਏ। ਸਤਿਗੁਰ ਜੀ ਨੇ ਸਭ ਨੌਜਵਾਨਾਂ ਨੂੰ ਸ਼ਸਤਰਧਾਰੀ ਹੋ ਕੇ ਆਉਣ ਦਾ ਹੁਕਮ ਦਿੱਤਾ। ਗੁਰੂ ਘਰ ਲਈ ਮਾਇਆ ਤੇ ਹੋਰ ਵਸਤੂਆਂ ਦੀਆਂ ਭੇਟਾਂ ਲਿਆਉਣ ਤੋਂ ਇਲਾਵਾ ਚੰਗੇ ਘੋੜੇ ਤੇ ਸ਼ਸਤਰ ਭੇਂਟ ਕਰਨ ਦੀ ਆਗਿਆ ਸਿੱਖ ਸੰਗਤਾਂ ਨੂੰ ਕੀਤੀ ਗਈ। ਨੌਜਵਾਨ ਸਿੱਖ ਸਤਿਗੁਰ ਜੀ ਦਾ ਨਵਾਂ ਪ੍ਰੋਗਰਾਮ ਸੁਣ ਕੇ ਬੜੇ ਉਤਸ਼ਾਹ ਨਾਲ ਸ਼ਸਤਰ ਲੈ ਲੈ ਕੇ ਅੰਮ੍ਰਿਤਸਰ ਪਹੁੰਚਣੇ ਸ਼ੁਰੂ ਹੋ ਗਏ। ਸ਼ਾਹੀ ਠਾਠ ਬਣਾਉਣ ਲਈ ਕਿਸੇ ਤਖਤ ਦਾ ਹੋਣਾ ਵੀ ਅਤੀ ਜ਼ਰੂਰੀ ਹੈ, ਸੋ ਸਤਿਗੁਰ ਜੀ ਨੇ ਸਭ ਤੋਂ ਪਹਿਲਾਂ ਇੱਕ ਤਖਤ ਦੀ ਰਚਨਾ ਕਰਨ ਦਾ ਪ੍ਰੋਗਰਾਮ ਬਣਾਇਆ। ਬਾਬਾ ਬੁੱਢਾ ਜੀ ਨਾਲ ਇਸ ਬਾਰੇ ਸਤਿਗੁਰ ਜੀ ਨੇ ਵਿਚਾਰ ਕੀਤੀ। ਬਾਬਾ ਜੀ ਨੇ ਇਸ ਤਖਤ ਦੀ ਰਚਨਾ ਨੂੰ ਬਹੁਤ ਠੀਕ ਸਮਝਿਆ ਤੇ ਆਪਣੀ ਸਹਿਮਤੀ ਪ੍ਰਗਟ ਕੀਤੀ। ਇਸ ਕਾਰਜ ਦਾ ਆਰੰਭ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸੰਮਤ 1666 ਵਿੱਚ ਬਾਬਾ ਬੁੱਢਾ ਜੀ ਦੇ ਪਵਿੱਤਰ ਹੱਥਾਂ ਨਾਲ ਕਰਵਾਇਆ। ਬਾਬਾ ਬੁੱਢਾ ਜੀ ਨੇ ਇਸ ਤਖਤ ਦੀ ਨੀਂਹ ਰੱਖੀ ਤੇ ਉਸਾਰੀ ਸ਼ੁਰੂ ਹੋ ਗਈ। ਇਸ ਉਸਾਰੀ ਦੀ ਸਾਰੀ ਸੇਵਾ ਬਾਬਾ ਬੁੱਢਾ ਜੀ ਦੇ ਸਪੁਰਦ ਕੀਤੀ ਗਈ। ਥੋੜੇ ਦਿਨਾਂ ਵਿੱਚ ਹੀ ਇੱਕ ਬੜਾ ਸੁੰਦਰ ਤੇ ਉੱਚਾ ਤਖਤ ਉਸਰ ਗਿਆ। ਇਸ ਤਖਤ ਦਾ ਨਾਮ ਸਤਿਗੁਰ ਜੀ ਨੇ ਅਕਾਲ ਤਖਤ ਰੱਖਿਆ। ਹੁਣ ਇਸ ਸਥਾਨ ਤੇ ਭਗਤੀ ਤੇ ਸ਼ਕਤੀ ਦੇ ਦੋਵੇਂ ਦੌਰ ਚੱਲਦੇ ਵਿਖਾਈ ਦੇ ਰਹੇ ਸਨ। ਭਗਤੀ ਤੇ ਸ਼ਕਤੀ ਦੇ ਪ੍ਰਤੀਕ ਦੋ ਬੜੇ ਉੱਚੇ ਨਿਸ਼ਾਨ ਸਾਹਿਬ ਅਕਾਲ ਤਖਤ ਦੇ ਕੋਲ ਵਾਰ ਚੁਲਾਏ ਗਏ, ਜੋ ਅੱਜ ਤੱਕ ਬੜੀ ਸ਼ਾਨ ਨਾਲ ਝੂਲ ਰਹੇ ਨੇ ਤੇ ਸਿੱਖ ਪੰਥ ਦੀ ਉੱਚੀ ਸ਼ਾਨ ਨੂੰ ਪ੍ਰਗਟ ਕਰ ਰਹੇ ਨੇ। ਗੁਰੂ ਘਰ ਦੇ ਵਿਰੋਧੀ ਚੰਦੂਵਾਦਕ ਆਪਣੇ ਪਾਪਾਂ ਕਰਕੇ ਕੰਬ ਰਹੇ ਸਨ। ਉਹ ਗੁਰੂ ਘਰ ਦੀ ਵੱਧ ਰਹੀ ਸ਼ਕਤੀ ਤੋਂ ਭੈਭੀਤ ਹੋ ਰਹੇ ਸਨ। ਉਹ ਕਰਮਚਾਰੀ ਹਰ ਵੇਲੇ ਬਾਦਸ਼ਾਹ ਨੂੰ ਗੁਰੂ ਹਰਗੋਬਿੰਦ ਜੀ ਦੇ ਖਿਲਾਫ ਕੋਈ ਨਾ ਕੋਈ ਖਬਰ ਵਧਾ ਚੜਾ ਕੇ ਸੁਣਾਉਂਦੇ ਰਹਿੰਦੇ ਸਨ। ਬਾਦਸ਼ਾਹ ਨੂੰ ਇਹ ਤੌਖਲਾ ਖਾ ਰਿਹਾ ਸੀ ਕਿ ਮੇਰੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਨੂੰ ਮਾਰਿਆ ਗਿਆ ਹੈ। ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਦਿੱਲੀ ਮੰਗਵਾਉਣ ਲਈ ਐਦੀਆਂ ਨੂੰ ਸ਼ਾਹੀ ਹੁਕਮ ਦੇ ਕੇ ਅੰਮ੍ਰਿਤਸਰ ਵੱਲ ਭੇਜ ਦਿੱਤਾ। ਸਤਿਗੁਰ ਜੀ ਦੇ ਦਿੱਲੀ ਰਵਾਨਾ ਹੋ ਜਾਣ ਤੋਂ ਬਾਅਦ ਸਾਰਾ ਪਰਿਵਾਰ ਤੇ ਸਿੱਖ ਸੰਗਤਾਂ ਬਹੁਤ ਉਦਾਸ ਹੋ ਗਈਆਂ। ਹਰ ਘੜੀ ਸਭ ਨੂੰ ਇਹੋ ਤੌਖਲਾ ਬਣਿਆ ਰਹਿੰਦਾ ਸੀ ਕਿ ਹੁਣ ਕੋਈ ਬੁਰੀ ਖਬਰ ਆਈ ਕਿ ਆਈ। ਬਾਬਾ ਬੁੱਢਾ ਜੀ ਨੇ ਸਿੱਖਾਂ ਤੇ ਪਰਿਵਾਰ ਨੂੰ ਬੇਚੈਨ ਵੇਖ ਕੇ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ। ਆਪ ਨੇ ਸਤਿਗੁਰ ਜੀ ਦੀ ਆਗਿਆ ਅਨੁਸਾਰ ਹਰ ਰੋਜ਼ ਸ਼ਾਮ ਨੂੰ ਰਹਿਰਾਸ ਦੇ ਭੋਗ ਤੋਂ ਬਾਅਦ ਸਿੱਖ ਸੰਗਤਾਂ ਨੂੰ ਇਕੱਠਿਆਂ ਕਰਕੇ ਚੌਂਕੀ ਸਾਹਿਬ ਦੀ ਸ਼ਕਲ ਵਿੱਚ ਕੀਰਤਨ ਕਰਦਿਆਂ ਸ਼੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਵੱਡੀ ਪਰਿਕਰਮਾ ਕਰਨੀ ਸ਼ੁਰੂ ਕਰ ਦਿੱਤੀ। ਚੌਂਕੀ ਸਾਹਿਬ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਅਕਾਲ ਤਖਤ ਦੀ ਹਜ਼ੂਰੀ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਸਤਿਗੁਰ ਜੀ ਦੀ ਸਲਾਮਤੀ ਦੀ ਅਰਦਾਸ ਕਰਦੇ ਤੇ ਸਿੱਖਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੰਦੇ। ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇਦਾਰ ਨੂੰ ਸ਼ਾਹੀ ਫਰਮਾਨ ਭੇਜ ਦਿੱਤਾ ਕਿ ਸਤਿਗੁਰ ਜੀ ਨੂੰ ਸਣੇ 52 ਰਾਜਿਆਂ ਦੇ ਤੁਰੰਤ ਰਿਹਾ ਕਰ ਦਿੱਤਾ ਜਾਏ। ਇਹ ਫਰਮਾਨ ਪਹੁੰਚਣ ਤੇ ਸਤਿਗੁਰ ਜੀ ਨੂੰ ਰਾਜਿਆਂ ਸਮੇਤ ਰਿਹਾ ਕਰ ਦਿੱਤਾ ਗਿਆ। ਬਾਬਾ ਬੁੱਢਾ ਜੀ ਦੀ ਅਵਸਥਾ ਇਸ ਸਮੇਂ 100 ਸਾਲ ਤੋਂ ਉੱਪਰ ਹੋ ਗਈ ਸੀ। ਆਪ ਨੇ 10-11 ਸਾਲ ਦੀ ਉਮਰ ਤੋਂ ਲੈ ਕੇ ਅੱਜ ਤੱਕ ਲਗਾਤਾਰ ਗੁਰੂ ਘਰ ਦੀ ਸੇਵਾ ਬੜੀ ਪ੍ਰੇਮ ਤੇ ਸ਼ਰਧਾ ਦੇ ਨਾਲ ਕੀਤੀ ਸੀ। ਹਰ ਇੱਕ ਕਾਰਜ ਨੂੰ ਆਪ ਨੇ ਬੜੀ ਜ਼ਿੰਮੇਦਾਰੀ ਦੇ ਨਾਲ ਨਿਭਾਇਆ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 5 ਸਤਿਗੁਰਾਂ ਨੂੰ ਆਪ ਨੇ ਗੁਰਿਆਈ ਦਾ ਤਿਲਕ ਲਾਇਆ ਸੀ। ਆਪ ਦਾ ਗੁਰੂ ਘਰ ਵਿੱਚ ਸਭ ਗੁਰਸਿੱਖਾਂ ਨਾਲੋਂ ਵਧੇਰੇ ਸਤਿਕਾਰ ਹੁੰਦਾ ਸੀ। ਅਨੇਕਾਂ ਗੁਰਸਿੱਖ ਆਪ ਦੇ ਵਰ ਨਾਲ ਮਨ ਇੱਛਤ ਫਲ ਪ੍ਰਾਪਤ ਕਰਦੇ ਸਨ। ਇੱਕ ਦਿਨ ਬਾਬਾ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਮੇਰਾ ਹੁਣ ਅੰਤ ਸਮਾਂ ਨੇੜੇ ਆ ਗਿਆ। ਆਪ ਆਗਿਆ ਬਖਸ਼ੋ
ਤਾਂ ਮੈਂ ਆਪਣੇ ਨਗਰ ਰਮਦਾਸ ਵਿਖੇ ਜਾ ਨਿਵਾਸ ਕਰਾਂ। ਸਤਿਗੁਰੂ ਜੀ ਨੇ ਕਿਹਾ, ਬਾਬਾ ਜੀ, ਆਪ ਤੋਂ ਵਿਛੜਨ ਤੇ ਸਾਡਾ ਚਿੱਤ ਨਹੀਂ ਕਰਦਾ, ਪਰ ਆਪ ਦੀ ਇੱਛਾ ਅਨੁਸਾਰ ਅਸੀਂ ਆਪ ਨੂੰ ਜਾਣ ਤੋਂ ਰੋਕ ਵੀ ਨਹੀਂ ਸਕਦੇ। ਸੋ ਆਪ ਬੜੀ ਪ੍ਰਸੰਨਤਾ ਨਾਲ ਆਪਣੇ ਨਗਰ ਜਾ ਸਕਦੇ ਹੋ। ਜੇਕਰ ਆਪ ਦੀ ਕੋਈ ਇੱਛਾ ਹੋਵੇ ਤਾਂ ਹੁਕਮ ਕਰੋ। ਹੋਰ ਤਾਂ ਕੋਈ ਇੱਛਾ ਨਹੀਂ ਸਤਿਗੁਰੂ ਜੀ, ਸਿਰਫ ਇਹੋ ਚਾਹ ਹੈ ਕਿ ਅੰਤ ਸਮੇਂ ਆਪ ਨੇ ਮੈਨੂੰ ਦਰਸ਼ਨ ਜ਼ਰੂਰ ਦੇਣੇ। ਬਾਬਾ ਜੀ ਨੇ ਬੜੀ ਨਿਮਰਤਾ ਨਾਲ ਕਿਹਾ, ਬਾਬਾ ਜੀ, ਜਦੋਂ ਆਪ ਦਾ ਸੁਨੇਹਾ ਮਿਲੇਗਾ ਅਸੀਂ ਜਿੱਥੇ ਵੀ ਹੋਵਾਂਗੇ ਆਪ ਕੋਲ ਪਹੁੰਚ ਜਾਵਾਂਗੇ। ਗੁਰੂ ਜੀ ਨੇ ਬੜੇ ਪਿਆਰ ਨਾਲ ਇਕਰਾਰ ਕੀਤਾ। ਬਾਬਾ ਬੁੱਢਾ ਜੀ ਦੀ ਅਵਸਥਾ 125 ਸਾਲਾਂ ਦੀ ਹੋ ਗਈ ਸੀ। ਹੁਣ ਆਪ ਨੇ ਆਪਣੇ ਸੱਚਖੰਡ ਜਾਣ ਦਾ ਸਮਾਂ ਨੇੜੇ ਆਇਆ ਜਾਣਿਆ। ਇਸ ਸਮੇਂ ਆਪ ਦੇ ਮਨ ਵਿੱਚ ਇਹ ਇੱਛਾ ਉਤਪੰਨ ਹੋਈ ਕਿ ਅੰਤ ਸਮੇਂ ਸਤਿਗੁਰੂ ਹਰਗੋਬਿੰਦ ਜੀ ਦੇ ਦਰਸ਼ਨ ਕਰਕੇ ਹੀ ਸਰੀਰ ਛੱਡਣਾ ਚਾਹੀਦਾ ਹੈ। ਸਤਿਗੁਰੂ ਜੀ ਇਸ ਸਮੇਂ ਸ਼੍ਰੀ ਹਰਗੋਬਿੰਦਪੁਰ ਨਗਰ ਵਿੱਚ ਵਿਸ਼ਰਾਮ ਕਰਦੇ ਸਨ। ਬਾਬਾ ਜੀ ਨੇ ਇੱਕ ਸਿੱਖ ਨੂੰ ਸਤਿਗੁਰੂ ਜੀ ਦੀ ਸੇਵਾ ਵਿੱਚ ਭੇਜਿਆ ਤੇ ਬੇਨਤੀ ਕਰ ਕੱਲੀ ਕਿ ਸਤਿਗੁਰੂ ਜੀ, ਆਪ ਦੇ ਦਾਸ ਦਾ ਅੰਤਿਮ ਸਮਾਂ ਆ ਗਿਆ ਹੈ, ਆਪ ਦਰਸ਼ਨ ਦੇਣ ਦੀ ਕਿਰਪਾ ਕਰੋ। ਆਪ ਦੇ ਦਰਸ਼ਨ ਕਰਕੇ ਹੀ ਸਰੀਰ ਤਿਆਗਣ ਦੀ ਇੱਛਾ ਹੈ। ਸਤਿਗੁਰੂ ਜੀ ਨੇ ਬਾਬਾ ਜੀ ਦਾ ਸੁਨੇਹਾ ਮਿਲਣ ਤੇ ਉਸੇ ਵੇਲੇ ਰਮਦਾਸ ਚੱਲਣ ਦੀ ਤਿਆਰੀ ਕਰ ਦਿੱਤੀ। ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਤੇ ਹੋਰ ਉੱਘੇ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਰਮਦਾਸ ਪਹੁੰਚ ਗਏ। ਬਾਬਾ ਬੁੱਢਾ ਜੀ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ ਤੇ ਕਿਹਾ, ਸਤਿਗੁਰੂ ਜੀ, ਆਪ ਨੇ ਬੜੀ ਕਿਰਪਾ ਕੀਤੀ ਹੈ ਜੋ ਮੇਰੀ ਬੇਨਤੀ ਮੰਨ ਕੇ ਅੰਤਮ ਸਮੇਂ ਮੈਨੂੰ ਦਰਸ਼ਨ ਦੇਣ ਦੀ ਖੇਚਲ ਕੀਤੀ ਹੈ। ਮੇਰੇ ਤੋਂ ਬਾਅਦ ਆਪ ਨੇ ਮੇਰੇ ਪੁੱਤਰ ਭਾਨਾ ਨੂੰ ਮੇਰੀ ਜਗ੍ਹਾ ਆਪਣਾ ਸੇਵਕ ਜਾਣਨਾ। ਜਿਸ ਤਰ੍ਹਾਂ ਆਪ ਨੇ ਮੇਰੇ ਤੇ ਕਿਰਪਾ ਦ੍ਰਿਸ਼ਟੀ ਰੱਖੀ ਹੈ ਤੇ ਸੇਵਾ ਲਈ ਹੈ, ਇਸੇ ਤਰ੍ਹਾਂ ਭਾਨੇ ਨੂੰ ਵੀ ਆਪਣੇ ਘਰ ਨਾਲ ਜੋੜੀ ਰੱਖਣਾ। ਕੁਝ ਸਮਾਂ ਗੁਰੂ ਜੀ ਤੇ ਬਾਬਾ ਬੁੱਢਾ ਜੀ ਬਚਨ ਬਿਲਾਸ ਕਰਦੇ ਰਹੇ। ਫਿਰ ਬਾਬਾ ਜੀ ਨੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਜਾਣ ਦੀ ਆਗਿਆ ਲਈ। ਆਪ ਅਕਾਲ ਪੁਰਖ ਨਾਲ ਸੁਰਤੀ ਜੋੜ ਕੇ ਚਾਦਰਾ ਤਾਣ ਕੇ ਲੇਟ ਗਏ। ਗੁਰਬਾਣੀ ਦਾ ਕੀਰਤਨ ਸਰਵਣ ਕਰਦਿਆਂ ਬਾਬਾ ਜੀ 14 ਮੱਘਰ ਸੁਦੀ ਚੌਥ ਸੰਮਤ 1688 ਨੂੰ ਸੱਚਖੰਡ ਵਿੱਚ ਜਾ ਬਿਰਾਜੇ। ਸਤਿਗੁਰੂ ਜੀ ਨੇ ਬੜੇ ਸਤਿਕਾਰ ਤੇ ਵੈਰਾਗ ਭਰੇ ਹਿਰਦੇ ਨਾਲ ਬਾਬਾ ਜੀ ਦਾ ਬੜਾ ਸੁੰਦਰ ਬਿਬਾਨ ਤਿਆਰ ਕਰਵਾਇਆ। ਆਲੇ ਦੁਆਲੇ ਦੇ ਨਗਰਾਂ ਦੀ ਬੇਅੰਤ ਸੰਗਤ ਬਾਬਾ ਜੀ ਦੇ ਅੰਤਮ ਦਰਸ਼ਨ ਕਰਨ ਲਈ ਰਮਦਾਸ ਆਈ। ਸਤਿਗੁਰੂ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਬਾਬਾ ਜੀ ਦਾ ਸੰਸਕਾਰ ਕੀਤਾ। ਡੇਰੇ ਵਿੱਚ ਵਾਪਸ ਆ ਕੇ ਕੀਰਤਨ ਸੋਹਿਲਾ ਪੜ੍ਹ ਕੇ ਅਰਦਾਸ ਕੀਤੀ ਗਈ ਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਚੌਥੇ ਵਾਲੇ ਦਿਨ ਬਾਬਾ ਜੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕੀਤਾ ਗਿਆ। 17ਵੀਂ ਵਾਲੇ ਦਿਨ ਪਾਠ ਦਾ ਭੋਗ ਪਾਇਆ ਗਿਆ। ਰਾਗੀ ਸਿੰਘਾਂ ਨੇ ਵੈਰਾਗਮਈ ਸ਼ਬਦਾਂ ਦਾ ਕੀਰਤਨ ਕੀਤਾ। ਬਾਬਾ ਜੀ ਦੀ ਯਾਦ ਵਿੱਚ ਮਹਾਨ ਭੰਡਾਰਾ ਕੀਤਾ ਗਿਆ। ਅੱਜ ਕੱਲ੍ਹ ਇੱਥੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਜੀ ਸਥਿਤ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜਲ ਕਾ ਜਲ ਹੁਆ ਰਾਮ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜਲ ਕਾ ਜਲ ਹੁਆ ਰਾਮ। ज्योति ज्योत रली संपूर्ण थी आराम। ज्योति ज्योत रली संपूर्ण थी आराम। सूरज किरण मिले जल का जल हुआ।